हम अवगुण भरे एक गुण नाही। अमृत छाड़ बिख बिख खाई। माया मोह परम पै भूले सुत दारा स्यों। एक उत्तम पंथ सुनयो गुर संगत। ते मिलंत जम त्रास मिटाई। एक अरदास पाठ कीरत की। गुर रामदास रखो सरनाई। सो कहो टल गुर सेविय। अहनस सहज सुभाए। दर्शन परसय गुरु पै जन्म। मरण दुख जाए। होवै सिफत खसंबंधी। नूर अर सोह कुर सोह चटिया। खुद डिठे सच्चे पातशाह। बाल जन्म जन्म दी। सज्जन सच्चा पातशाह। सिर साहद साहो। जिस पास बैठया सोहिया। सबना दा वेसा। सतनाम श्री वाहेगुरु साहिब जी। बिलावल अष्टपदिया महला पहला। घर दसवा एक ओंकार। सतगुर प्रसाद। निकट वसै देखै सब सोए। गुरमुख विरला बूझै कोय। निकट वसै देखै सब सोए। गुरमुख विरला बूझै कोय। वेण पै पै भगत न होए। शब्द रते सदा सुख होए। ऐसा ज्ञान पदार्थ नाम। गुरमुख पावस रस रसमान। रहाओ ज्ञान ज्ञान कथै सब कोई। कथ कथ बाद करे दुख होए। कथ कहना ते रह न कोई। बिन रस राते मुक्त न होए। ज्ञान ध्यान सब गुर ते होए। साची रहत साचा मन सोए। मान मुख कथने है पर रहत न होए। ना वो भूले थाव न कोई। मन माया बंदयो सर जाल। घाट घट व्याप रहयो बिख नाल। जो आंजै
ਸੋ ਦੀਸੈ ਕਾਲ, ਕਾਰਜ ਸਿੱਧ ਹੋ ਹਿਰਦੈ ਸਮਾਲ। ਸੋ ਗਿਆਨੀ ਜਿਨ ਸ਼ਬਦ ਲਿਵ ਲਾਏ, ਮਨ ਮੁਖ ਹਉਮੈ ਪਤ ਗਵਾਏ। ਆਪੇ ਕਰਤੈ ਭਗਤ ਕਰਾਏ, ਗੁਰਮੁਖ ਆਪੇ ਦੇ ਵਡਿਆਏ। ਰੈਣ ਅੰਧਾਰੇ ਨਿਰਮਲ ਜੋਤ, ਨਾਮ ਬਿਨਾ ਝੂਠੇ ਕੁਚਲ ਕਛੋਤ। ਵੇਦ ਪੁਕਾਰੈ ਭਗਤ ਸਰੋਤ, ਸੁਣ ਸੁਣ ਮਾਨੈ ਵੇਖੈ ਜੋਤ। ਸ਼ਾਸਤਰ ਸਿਮਰਤ ਨਾਮ ਦ੍ਰਿੜਾਮੰ, ਗੁਰਮੁਖ ਸ਼ਾਂਤ ਊਤਮ ਕਰਾਮੰ। ਮਾਨ ਮੁਖ ਜੋਨੇ ਦੁਖ ਸਹਾਮੰ, ਬੰਧਨ ਟੂਟੇ ਇਕ ਨਾਮ ਬਸਾਮੰ। ਮੰਨੇ ਨਾਮ ਸੱਚੇ ਪਤ ਪੂਜਾ, ਕਿਸ ਵੇਖਾ ਨਾਹੀ ਕੋ ਦੂਜਾ। ਦੇਖ ਕਹਉ ਭਾਵੈ ਮਨ ਸੋਏ, ਨਾਨਕ ਕਹੈ ਆਵਰ ਨਹੀਂ ਕੋਏ। ਦੇਖ ਕਹਉ ਭਾਵੈ ਮਨ ਸੋਏ, ਨਾਨਕ ਕਹੈ ਆਵਰ ਨਹੀਂ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਆਦਿ ਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ 'ਚ ਜੁੜ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ। ਉੱਠ ਕੇ ਰਹਿਮਤਾਂ ਦੇ ਘਰ ਵਿੱਚ ਆ ਕੇ ਅੰਮ੍ਰਿਤ ਵੇਲੇ ਸਾਨੂੰ ਸਾਰਿਆਂ ਨੂੰ ਆਪਣੇ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਦੀ ਮੁੱਖ ਵਾਕ ਦੀ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਦੇ ਹੁਕਮਨਾਮਿਆਂ ਦਾ ਅਦਬ ਸਤਿਕਾਰ ਸਮੁੱਚੇ ਖਾਲਸੇ ਪੰਥ ਵਿੱਚ ਬੜੇ ਭਾਰੀ ਸਤਿਕਾਰ ਨਾਲ ਰਿਹਾ ਹੈ। ਜਦੋਂ ਵੀ ਸਤਿਗੁਰਾਂ ਦੇ ਪਾਵਨ ਹੁਕਮਨਾਮੇ ਸੰਗਤਾਂ ਵਾਸਤੇ ਮਹਾਰਾਜ ਜੀ ਲਾਗੂ ਕਰਕੇ ਭੇਜਿਆ ਕਰਦੇ ਸਨ, ਤਾਂ ਉਹਨਾਂ ਸੰਗਤਾਂ ਨੇ ਬੜੇ ਅਦਬ ਨਾਲ ਉਹਨਾਂ ਹੁਕਮਨਾਮਿਆਂ ਨੂੰ ਸੀਸ ਤੇ ਰੱਖ ਕੇ ਤਾਂ ਉਮਰ ਤੱਕ ਉਹਨਾਂ ਹੁਕਮਨਾਮਿਆਂ ਦੀ ਪਾਲਣਾ ਕਰਨੀ। ਅੱਜ ਵੀ ਉਹ ਪੁਰਾਤਨ ਹੁਕਮਨਾਮੇ ਜੋ ਗੁਰੂ ਕਾਲ ਵੇਲੇ ਸੰਗਤਾਂ ਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਸਨ, ਉਹ ਲਿਖਤ ਰੂਪ ਦੇ ਵਿੱਚ ਪ੍ਰਾਪਤ ਹੋ ਜਾਂਦੇ ਨੇ, ਮਿਲ ਜਾਂਦੇ ਹਨ। ਨੌਵੇਂ ਪਾਤਸ਼ਾਹ ਦਾ ਪਵਿੱਤਰ ਹੁਕਮਨਾਮਾ ਅੱਜ ਵੀ ਇਸ ਪਾਵਨ ਸਥਾਨ ਤੇ ਸੁਭਾਏਮਾਨ ਹੈ। ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਮਹਾਰਾਜ ਜੀ ਦੇ ਪਵਿੱਤਰ ਹੁਕਮਨਾਮੇ ਦੇ ਦਰਸ਼ਨ ਪਰਸਦੀਆਂ ਹਨ। ਏਕ ਓੰਕਾਰ ਤੋਂ ਲੈ ਕੇ 18 10 20 ਤੱਕ ਇਹ ਸਾਰੀ ਬਾਣੀ ਹੁਕਮਨਾਮਾ ਸਵਰੂਪ ਹੈ। ਸਾਡੇ ਸਾਰੇ ਜੀਵਾਂ ਵਾਸਤੇ ਮਹਾਰਾਜ ਜੀ ਦਾ ਹੁਕਮ ਹੈ। ਤੋ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਅੱਜ ਕਿਰਪਾ ਦੇ ਘਰ ਵਿੱਚ ਆ ਕੇ ਇਸ ਪਵਿੱਤਰ ਹੁਕਮਨਾਮੇ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਇਸੇ ਮਹੀਨੇ ਵਿੱਚ ਜਗਤ ਗੁਰੂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਆ ਰਿਹਾ ਕੱਤਕ ਦੀ ਪੂਰਨਮਾਸ਼ੀ ਨੂੰ।
ਤੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਇਆ ਦ੍ਰਿਸ਼ਟੀ ਕਰ ਰਹੇ ਨੇ, ਕਿਰਪਾ ਕਰ ਰਹੇ ਨੇ। ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਮਹਾਰਾਜ ਜੀ ਦੇ ਚਰਨਾਂ 'ਚ ਜੋੜੀਏ, ਇਕਾਗਰਤਾ ਬਣਾਈਏ ਤੇ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ। ਬਿਲਾਵਲ ਅਸ਼ਟਪਦੀਆ ਮਹੱਲਾ ਪਹਿਲਾ। ਘਰ ਦਸਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਬਿਲਾਵਲ ਰਾਗ ਹੈ। ਅਸ਼ਟਪਦੀਆਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਰਾਗ ਬਿਲਾਵਲ ਵਿੱਚ ਉਚਾਰਨ ਕਰ ਰਹੇ ਨੇ। ਪਹਿਲੇ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਹੁਕਮ ਕਰਦੇ ਹਨ ਕਿ ਇਸ ਪਵਿੱਤਰ ਸ਼ਬਦ ਨੂੰ 10ਵੇਂ ਘਰ ਸੁਰਤਾਲ ਵਿੱਚ ਗਾਇਨ ਕਰਨ ਦੀ ਹਦਾਇਤ ਹੈ। ਮੰਗਲਾਚਰਨ ਕਰਦੇ ਨੇ ਇੱਕ ਓੰਕਾਰ, ਜੋ ਇੱਕ ਅਦੁੱਤੀ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ, ਜੋ ਸਾਰਿਆਂ ਵਿੱਚ ਵਿਆਪਕ ਵੀ ਹੈ ਔਰ ਸਰਬ ਦਾ ਪ੍ਰਕਾਸ਼ਕ ਹੈ। ਔਰ ਉਸ ਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੁਆਰਾ ਹੁੰਦੀ ਹੈ। ਸਤਿਗੁਰਾਂ ਦੀ ਰਹਿਮਤ ਦੁਆਰਾ ਤਿਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੈ। ਨਿਕਟ ਵਸੈ ਦੇਖੈ ਸਭ ਸੋਏ। ਨਿਕਟ ਵਸੈ, ਪ੍ਰਮਾਤਮਾ ਕਿਤੇ ਦੂਰ ਨਹੀਂ ਹੈ। ਮਨੁੱਖ ਦਾ ਭੁਲੇਖਾ ਹੈ ਕਿ ਰੱਬ ਬੜੀ ਦੂਰ ਹੈ। ਜਦੋਂ ਪਰਮੇਸ਼ਰ ਨੂੰ ਦੂਰ ਸਮਝਦਾ ਉਦੋਂ ਪਾਪ ਕਰਦਾ। ਜੇ ਨੇੜੇ ਸਮਝ ਲੇ ਵੀ ਕੋਲ ਹੈ ਫਿਰ ਤਾਂ ਪਾਪਾਂ ਤੋਂ ਬਚਿਆ ਰਹੇ। ਮਨੁੱਖ ਦੀ ਇਹ ਬੜੀ ਵੱਡੀ ਭਰਮ ਦੀ ਦਸ਼ਾ ਹੈ ਜਦੋਂ ਇਹ ਪਰਮੇਸ਼ਰ ਨੂੰ ਦੂਰ ਕਰਕੇ ਜਾਣਦਾ, ਦੂਰ ਕਰਕੇ ਵੇਖਦਾ। ਕਹਿੰਦਾ ਜੀ ਗੁਰਦੁਆਰੇ ਵਿੱਚ ਬੈਠਾ ਮੈਂ, ਇੱਥੇ ਥੋੜੀ ਝੂਠ ਬੋਲਣਾ ਕਿ ਸਤਿਗੁਰੂ ਜੀ ਗੁਰਦੁਆਰੇ ਵਿੱਚ ਹੀ ਸੀਮਤ ਹਨ ਕਿ ਵਿਆਪਕ ਨਹੀਂ। ਜਿੱਥੇ ਜਿੱਥੇ ਵੀ ਅਸੀਂ ਜਾਈਏ ਸਤਿਗੁਰੂ ਜੀ ਤਾਂ ਉੱਥੇ ਹੀ ਸਾਡੇ ਅੰਗ ਸੰਗ ਦੇ ਨਾਲ ਨੇ। ਹਾਂ, ਇਹ ਗੱਲ ਵੱਖਰੀ ਹੈ ਕਿ ਗੁਰੂ ਘਰ ਵਿੱਚ ਪ੍ਰਤੱਖ ਰੂਪ ਵਿੱਚ ਵਰਤਦੇ ਨੇ, ਪਰ ਗੁਪਤ ਰੂਪ ਦੇ ਵਿੱਚ, ਸੂਖਸ਼ਮ ਰੂਪ ਵਿੱਚ ਤਾਂ ਹਰ ਜਗ੍ਹਾ ਤੇ ਹਰ ਥਾਂ ਤੇ ਸਾਡੇ ਨਾਲ ਹਨ। ਇਸ ਕਰਕੇ ਭਰਮ ਆਪਣੇ ਹਿਰਦੇ ਚੋਂ ਕੱਢ ਦੇਣਾ ਚਾਹੀਦਾ। ਤੋ ਮਹਾਰਾਜ ਜੀ ਕਹਿੰਦੇ ਨਿਕਟ ਵਸੈ, ਉਹ ਕੋਲ ਵਸਦਾ ਹੈ। ਕੋਲ ਵਸ ਕੇ ਸਾਡਾ ਸਾਰੇ ਕਰਮਾਂ ਦੇ ਉੱਤੇ ਜੋ ਜੋ ਅਸੀਂ ਕਰਦੇ ਹਾਂ ਉਹ ਵੇਖਣ ਵਾਲਾ ਹੈ। ਦੇਖੈ ਸਭ ਸੋਈ, ਉਹ ਸਾਰਾ ਕੁਝ ਵੇਖਦਾ। ਉਸ ਦੀ ਅੱਖਾਂ ਤੋਂ ਕੁਝ ਲੁਕਿਆ ਨਹੀਂ ਹੋਇਆ, ਉਹਦੀ ਅੱਖਾਂ ਤੋਂ ਕੁਝ ਛੁਪਿਆ ਨਹੀਂ ਹੋਇਆ। ਉਹ ਕੋਲ ਵਸ ਕੇ ਸਾਡੇ ਸਾਰੇ ਕਰਮਾਂ ਨੂੰ, ਸਾਡੇ ਸਾਰੇ ਹਾਵ ਭਾਵ ਨੂੰ ਵੇਖਣ ਵਾਲਾ ਹੈ। ਗੁਰਮੁਖ ਵਿਰਲਾ ਬੂਝੈ ਕੋਈ। ਪਰ ਕੋਈ ਵਿਰਲਾ ਗੁਰਮੁਖ ਹੈ ਜਿਹੜਾ ਇਸ ਗੱਲ ਨੂੰ ਬੁੱਝਦਾ ਹੈ। ਕੋਈ ਵਿਰਲਾ ਗੁਰਮੁਖ ਹੈ ਜਿਹੜਾ ਇਸ ਗੱਲ ਨੂੰ ਬੁੱਝਦਾ ਹੈ, ਜਾਣਦਾ ਹੈ। ਹਰ ਕੋਈ ਨਹੀਂ ਜਾਣ ਸਕਦਾ। ਗੁਰਮੁਖਾਂ ਨੂੰ ਇਸ ਗੱਲ ਦਾ ਬੋਧ ਹੋ ਜਾਂਦਾ, ਗਿਆਨ ਹੋ ਜਾਂਦਾ ਕਿ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਉਹ ਸਦਾ ਹੀ ਸਾਡੇ ਅੰਗ ਸੰਗ ਹੈ। ਦੁਕਾਲੰ ਪਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਬੂਤੇ। ਉਹ ਸਦਾ ਹੀ ਸਾਡੇ ਅੰਗ ਸੰਗ ਹੈ, ਸਾਡੇ ਨਾਲ ਹੈ। ਵੈਣ ਭੈ ਪੈ ਭਗਤ ਨ ਹੋਏ। ਜਦੋਂ ਕੋਲ ਸਮਝਾਂਗੇ ਤਦੇ ਉਹਦਾ ਭੈ ਮੰਨਾਂਗੇ ਨਾ। ਬੱਚੇ ਨੂੰ ਭੈ ਹੁੰਦਾ ਜਦੋਂ ਮਾਂ-ਬਾਪ ਉਹਦੇ ਸਿਰ ਦੇ ਉੱਤੇ ਕੋਲ ਹੋਣ। ਮਾਂ-ਬਾਪ ਦੀ ਨਿਗਾਹ ਤੋਂ ਥੋੜਾ ਜਿਹਾ ਪਾਸੇ ਜਾਂਦਾ ਤੇ ਭੈ ਤੋਂ ਮੁਕਤ ਹੋ ਜਾਂਦਾ। ਇਸੇ ਕਰਕੇ ਬਹੁਤ ਸਾਰੇ ਬੱਚੇ ਇੱਥੇ ਗੁਰਸਿੱਖੀ 'ਚ ਪਰਪੱਕ ਹੁੰਦੇ ਐ। ਮਾਂ-ਬਾਪ ਤੋਂ ਦੂਰ ਗਏ ਵਿਦੇਸ਼ਾਂ ਵਿੱਚ ਪੜ੍ਹਨ ਵਾਸਤੇ ਤੇ ਉੱਥੇ ਜਾ ਕੇ ਬਾਗਾਂ ਖੁੱਲ ਜਾਂਦੀਆਂ, ਪਰ ਆਪਣੀਆਂ ਆਪ ਹੋਤਰੀਆਂ ਕਰਦੇ ਐ। ਬਹੁਤ ਵਿਰਲੇ ਬੱਚੇ ਨੇ ਜਿਹੜੇ ਬਾਹਰ ਵਿਦੇਸ਼ ਵਿੱਚ ਵੀ ਜਾ ਕੇ ਆਪਣੇ ਮਾਂ-ਬਾਪ ਦਾ ਭੈ ਮੰਨਦੇ ਹਨ। ਸੋ ਕਹਿਣ ਤੋਂ ਭਾਵ ਜਦੋਂ ਕੋਲ ਜਾਣਾਂਗੇ ਵਾਹਿਗੁਰੂ ਨੂੰ, ਪਰਮੇਸ਼ਰ ਨੂੰ, ਤਦੇ ਹੀ ਉਹਦਾ ਭੈ ਮੰਨਾਂਗੇ ਨਾ। ਜਦੋਂ ਇਹ ਜਾਣਿਆ ਵੀ ਉਹ ਤਾਂ ਬੜੀ ਦੂਰ ਹੈ, ਰੱਬ ਦਾ ਘਰ ਬੜੀ ਦੂਰ ਹੈ, ਇਹ ਕਹਾਂਗੇ, ਜਾਣਾਂਗੇ, ਫਿਰ ਥੋੜੀ ਭੈ ਆਉਣਾ। ਇਸ ਕਰਕੇ ਜਦੋਂ ਤੱਕ ਉਹਦਾ ਭੈ ਨਹੀਂ ਆਉਂਦਾ ਉਦੋਂ ਤੱਕ ਉਹਦੀ ਭਗਤੀ ਨਹੀਂ ਹੋ ਸਕਦੀ।
ਭਗਤੀ ਦਾ ਜਿਹੜਾ ਭੱਬਾ ਅੱਖਰ ਹੈ ਉਹ ਕਹਿ ਸਕਦੇ ਆ ਵੀ ਭੈ ਦਾ ਹੀ ਵਾਚਕ ਹੈ। ਜਦੋਂ ਸਤਿਗੁਰਾਂ ਦਾ ਭੈ ਮੰਨਾਂਗੇ, ਸਤਿਗੁਰਾਂ ਦੇ ਡਰ ਦੇ ਵਿੱਚ, ਭੈ ਵਿੱਚ ਰਹਾਂਗੇ, ਤਦੇ ਭਗਤੀ ਦੇ ਸੰਚੇ ਵਿੱਚ ਆਪਣੇ ਆਪ ਨੂੰ ਢਾਲਾਂਗੇ। ਵਿਣ ਭੈ ਪਿਆ, ਮਹਾਰਾਜ ਜੀ ਕਹਿੰਦੇ ਬਿਨਾਂ ਭੈ ਤੋਂ, ਬਿਨਾਂ ਡਰ ਤੋਂ ਭਗਤ ਨਾ ਹੋਈ, ਪਰਮੇਸ਼ਰ ਦੀ ਭਗਤੀ ਨਹੀਂ ਹੋ ਸਕਦੀ। ਭਗਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੈ, ਇਹਦਾ ਮਤਲਬ ਹੈ ਭਗਤੀ, ਕਿ ਪਰਮੇਸ਼ਰ ਦੇ ਭੈ ਪਏ ਬਿਨਾਂ ਪਰਮੇਸ਼ਰ ਦੀ ਭਗਤੀ ਨਹੀਂ ਹੋ ਸਕਦੀ। ਨਿਰੰਕਾਰ ਦੀ ਭਗਤੀ, ਅਕਾਲ ਪੁਰਖ ਦੀ ਜਿਹੜੀ ਭਗਤੀ ਆ, ਉਹਦੇ ਡਰ ਵਿੱਚ ਰਹਿ ਕੇ ਹੋ ਸਕਦੀ ਆ, ਉਹਦੇ ਭੈ ਵਿੱਚ ਰਹਿ ਕੇ ਹੋ ਸਕਦੀ ਹੈ। ਤੋ ਇਸ ਕਰਕੇ ਗੁਰਦੇਵ ਸਪਸ਼ਟ ਕਰਦੇ ਨੇ ਕਿ ਡਰ ਰੱਖਣਾ ਜ਼ਰੂਰੀ ਹੈ ਆਪਣੇ ਗੁਰੂ ਦਾ। ਤਦੇ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਨੇ ਹੁਕਮ ਕੀਤਾ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿਖ ਨਹੀਂ ਹਮਾਰਾ। ਸਤਿਗੁਰਾਂ ਦੀ ਬਾਣੀ ਦਾ ਭੈ ਰੱਖਣਾ, ਸਤਿਗੁਰਾਂ ਦੇ ਸ਼ਬਦ ਦਾ ਭੈ ਰੱਖਣਾ। ਬਹੁਤ ਸਾਰੇ ਗੁਰਮੁਖਾਂ ਨੂੰ ਵੇਖੀਦਾ ਹੈ ਕਿ ਹੱਥ ਵਿੱਚ ਪੋਥੀ ਫੜੀ ਹੁੰਦੀ ਹੈ ਮਹਾਰਾਜ ਜੀ ਦੇ ਨਿਤਨੇਮ ਦੀ, ਗੁਰਬਾਣੀ ਦੀ। ਉਸ ਪੋਥੀ ਨੂੰ ਫੜ ਕੇ, ਨਾਲੇ ਇੱਕ ਹੱਥ ਨਾਲ ਪੋਥੀ ਫੜੀ ਹੈ, ਉਸੇ ਹੱਥ ਦੇ ਨਾਲ ਪੈਰ ਵੀ ਖੁਰਕੀ ਜਾਂਦੇ ਨੇ, ਨੱਕ ਵੀ ਖੁਰਕੀ ਜਾਂਦੇ ਨੇ। ਉਹੀ ਹੱਥ ਫਿਰ ਮਹਾਰਾਜ ਜੀ ਦੀ ਗੁਰਬਾਣੀ ਦੀ ਪੋਥੀ ਨੂੰ ਲਾਈ ਜਾਂਦੇ ਨੇ। ਭੈ ਨਹੀਂ ਨਾ ਹੈ, ਡਰ ਨਹੀਂ ਹੈ, ਭੈ ਰੱਖਣਾ ਜ਼ਰੂਰੀ ਹੈ। ਇਸੇ ਤਰ੍ਹਾਂ ਅੱਜ ਕੱਲ੍ਹ ਜਿਵੇਂ ਮੋਬਾਈਲਾਂ ਦੇ ਵਿੱਚ ਬਹੁਤ ਸਾਰੀਆਂ ਐਪਾਂ ਆ ਗਈਆਂ ਹਨ ਗੁਰਬਾਣੀ ਦੀਆਂ। ਹੋਰ ਤੁਸੀਂ ਜੋ ਵੀ ਕੰਮ ਕਰਦੇ ਹੋਵੋ, ਮੋਬਾਈਲ ਤੇ ਜੋ ਵੀ ਵੇਖਦੇ ਹੋਵੋ, ਉਦੋਂ ਭਾਵੇਂ ਹੱਥ ਧੋਵੋ ਨਾ ਧੋਵੋ ਕੋਈ ਮਾਇਨੇ ਨਹੀਂ ਰੱਖਦਾ। ਪਰ ਜਦੋਂ ਤੁਸੀਂ ਮੋਬਾਈਲ ਦੇ ਉੱਤੇ ਗੁਰਬਾਣੀ ਪੜ੍ਹਨੀ ਹੈ, ਵੈਸੇ ਤਾਂ ਯਤਨ ਕਰਿਆ ਕਰੋ ਪੋਥੀ ਤੋਂ ਹੀ ਪੜ੍ਹੋ ਗੁਰਬਾਣੀ। ਮਹਾਰਾਜ ਜੀ ਦੇ ਨਿਤਨੇਮ ਦੇ ਗੁਟਕੇ ਤੋਂ, ਪੋਥੀ ਤੋਂ ਹੀ ਗੁਰਬਾਣੀ ਪੜ੍ਹਨੀ ਚਾਹੀਦੀ ਆ। ਉਹਦੇ ਨਾਲ ਭੈ ਅਦਬ ਬਣਿਆ ਰਹਿੰਦਾ ਸਤਿਗੁਰਾਂ ਦਾ। ਫਿਰ ਅੱਖਾਂ ਤੇ ਵੀ ਅਸਰ ਨਹੀਂ ਹੁੰਦਾ, ਨਿਗਾਹ ਤੇ ਵੀ। ਮੋਬਾਈਲ ਵਿੱਚ ਜਿੰਨੀ ਜ਼ਿਆਦਾ ਬਾਣੀ ਪੜ੍ਹੋਗੇ ਉਹ ਅੱਖਾਂ ਦੇ ਉੱਤੇ ਵੀ ਅਸਰ ਕਰਦੀ ਹੈ, ਨਿਗਾਹ ਵੀ ਉਹਦੇ ਨਾਲ ਕਮਜ਼ੋਰ ਹੁੰਦੀ ਹੈ। ਪਰ ਜਦੋਂ ਤੁਸੀਂ ਪੋਥੀ ਦੇ ਨਾਲ ਗੁਰਬਾਣੀ ਪੜ੍ਹੋਗੇ, ਗੁਰੂ ਸਾਹਿਬ ਦਾ ਭੈ ਹੁੰਦਾ ਪੋਥੀ ਫੜ ਕੇ ਨਾ, ਹੱਥ ਵਿੱਚ ਰਾਸੀ ਹੋਰ ਹੁੰਦਾ। ਤੁਸੀਂ ਆਪਣੇ ਜੀਵਨ ਵਿੱਚ ਪ੍ਰੈਕਟੀਕਲ ਕਰਕੇ ਵੇਖੋ ਕਿ ਮੋਬਾਈਲ ਫੜ ਕੇ ਜਦੋਂ ਤੁਸੀਂ ਨਿਤਨੇਮ ਕਰੋਗੇ ਉਹਨਾਂ ਭੈ ਨਹੀਂ ਬਣਦਾ ਮਨ 'ਚ। ਪਰ ਜਦੋਂ ਮਹਾਰਾਜ ਜੀ ਦਾ ਗੁਟਕਾ ਸਾਹਿਬ, ਪੋਥੀ ਸਾਹਿਬ ਹੱਥ 'ਚ ਫੜ ਕੇ ਗੁਰਬਾਣੀ ਪੜ੍ਹੋਗੇ, ਜ਼ਿਆਦਾ ਰਸ ਬਣਦਾ, ਜ਼ਿਆਦਾ ਭੈ ਬਣਦਾ ਹੈ। ਪਰ ਜਦੋਂ ਮਜਬੂਰੀ ਬਸ ਕਿਤੇ ਸਫ਼ਰ ਤੇ ਜਾ ਰਹੇ ਆ, ਪੋਥੀ ਨਹੀਂ ਹੈ ਕੋਲ, ਤੇ ਉੱਥੇ ਜੇ ਗੁਰਬਾਣੀ ਨਾ ਪੜ੍ਹਨ ਨਾਲੋਂ ਤਾਂ ਪੜ੍ਹਨੀ ਜ਼ਰੂਰੀ ਹੈ ਨਾ। ਤੇ ਮੋਬਾਈਲ ਤੋਂ ਜੇ ਪੜ੍ਹਨੀ ਵੀ ਹੈ ਤੇ ਯਤਨ ਕਰਨਾ ਵੀ ਤੁਹਾਡੇ ਹੱਥ ਜਿਹੜੇ ਨੇ ਉਹ ਧੋਤੇ ਹੋਣੇ ਚਾਹੀਦੇ ਹਨ, ਘੱਟੋ ਘੱਟ ਜਦੋਂ ਗੁਰਬਾਣੀ ਪੜ੍ਹਨੀ। ਇਹ ਭੈ ਅਦਬ ਰੱਖਣਾ ਮਹਾਰਾਜ ਜੀ ਦਾ। ਇੱਕੋ ਹੱਥ ਦੇ ਨਾਲ ਖਾਈ ਵੀ ਜਾਂਦੇ ਨੇ, ਨਾਲ ਦੂਜੇ ਹੱਥ ਵਿੱਚ ਮੋਬਾਈਲ 'ਚ ਪੋਥੀ ਪਾਠ ਵੀ ਕਰੀ ਜਾਂਦੇ ਆ। ਕਈ ਸੱਜਣ ਇਹੋ ਜਿਹੇ ਵੀ ਹਨ। ਇਸ ਕਰਕੇ ਭਾਈ ਭੈ ਰੱਖੋ ਸਤਿਗੁਰਾਂ ਦੀ ਬਾਣੀ ਦਾ। ਜੇ ਭੈ ਰੱਖੋਗੇ ਤਦੇ ਗੁਰਬਾਣੀ ਕੀ ਕਹਿੰਦੀ ਆ ਉਹ ਸਮਝ ਵਿੱਚ ਪਵੇਗੀ। ਜੇ ਭੈ ਹੀ ਨਹੀਂ ਰੱਖਣਾ, ਅਦਬ ਹੀ ਨਹੀਂ ਰੱਖਣਾ ਸਤਿਗੁਰਾਂ ਦੀ ਬਾਣੀ ਦਾ, ਤੇ ਫਿਰ ਗੱਲ ਨਹੀਂ ਬਣਦੀ। ਇਸ ਕਰਕੇ ਸਤਿਗੁਰਾਂ ਦਾ ਭੈ ਰੱਖਣਾ, ਅਦਬ ਰੱਖਣਾ ਅਤੀ ਅਵਸ਼ਕ ਹੈ ਗੁਰਸਿੱਖ ਵਾਸਤੇ। ਮੈਂ ਤਾਂ ਗ੍ਰੰਥੀ ਸਿੰਘਾਂ ਨੂੰ, ਪਾਠੀ ਸਿੰਘਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ, ਸਾਰੇ ਮੇਰੇ ਤੋਂ ਸਿਰਮੌਰ ਨੇ। ਮੈਂ ਤਾਂ ਸਾਰਿਆਂ ਦੇ ਚਰਨਾਂ ਦੀ ਧੂੜੀ ਹਾਂ, ਗੁਰੂ ਕੇ ਵਜ਼ੀਰਾਂ ਦੀ। ਮੇਰੇ 'ਚ ਇੰਨੀ ਸੋਝੀ ਨਹੀਂ ਕਿ ਮੈਂ ਉਹਨਾਂ ਨੂੰ ਉਪਦੇਸ਼ ਦੇ ਸਕਾਂ, ਪਰ ਬੇਨਤੀ ਜ਼ਰੂਰ ਕਰ ਸਕਦਾ ਹਾਂ ਕਿ ਬਹੁਤ ਸਾਰੇ ਗੁਰੂ ਘਰਾਂ ਵਿੱਚ, ਤਕਰੀਬਨ ਜਿੰਨੇ ਵੀ ਗੁਰੂ ਘਰ ਨੇ, ਹਰ ਇੱਕ ਗੁਰੂ ਘਰ ਵਿੱਚ, ਕਿਸੇ ਘਰ ਦੇ ਵਿੱਚ, ਗੁਰੂ ਘਰ ਵਿੱਚ 5 ਸਰੂਪ ਨੇ ਮਹਾਰਾਜ ਜੀ ਦੇ, ਕਿਤੇ 4 ਨੇ, ਕਿਤੇ 10 ਸਰੂਪ ਵੀ ਹਨ। ਉਹਨਾਂ ਸਾਰੇ ਸਿੰਘਾਂ ਨੂੰ ਬੇਨਤੀ ਹੈ, ਗ੍ਰੰਥੀ ਸਿੰਘਾਂ ਨੂੰ ਜਿਹੜੇ ਗੁਰੂ ਘਰਾਂ ਵਿੱਚ ਸੇਵਾ ਕਰਦੇ ਹੈ। ਕੀ ਬੇਨਤੀ ਹੈ ਕਿ ਇੱਕ ਸਰੂਪ, ਜਿਵੇਂ ਇੱਕ ਹਫ਼ਤੇ ਵਿੱਚ ਇੱਕ ਸਰੂਪ ਦਾ ਪ੍ਰਕਾਸ਼ ਕਰ ਲਿਆ, ਅਗਲੇ ਹਫ਼ਤੇ ਦੂਜੇ ਸਰੂਪ ਦਾ ਪ੍ਰਕਾਸ਼ ਕਰ ਲਓ, ਤੀਜੇ ਹਫ਼ਤੇ ਤੀਜੇ ਦਾ। 10 ਸਰੂਪ ਪਏ ਹੁੰਦੇ ਆ, ਇੱਕੋ ਸਰੂਪ ਦਾ ਪ੍ਰਕਾਸ਼ ਕਰੀ ਜਾਂਦੇ ਨੇ ਗੁਰਮੁਖ। ਉਹ ਸਰੂਪ ਫਿਰ ਬਿਰਧ ਵੀ ਹੋ ਜਾਂਦਾ, ਅੰਗ ਵੀ ਜਿਹੜੇ ਨੇ ਉਹ ਘਸ ਜਾਂਦੇ ਨੇ, ਛੇਤੀ ਬਿਰਧ ਹੋ ਜਾਂਦਾ। ਦੂਜੇ ਸਰੂਪਾਂ ਵਿੱਚ ਕਈ ਵਾਰੀ ਮਿੱਟੀ ਘੱਟਾ ਵੀ ਜੰਮ ਜਾਂਦਾ ਹੈ। ਇਸ ਕਰਕੇ ਗ੍ਰੰਥੀ ਸਿੰਘਾਂ ਨੂੰ ਖਾਸ ਕਰਕੇ ਬੇਨਤੀ ਹੈ, ਗੁਰੂ ਘਰਾਂ ਵਿੱਚ ਜਿਹੜੇ ਸੇਵਾ ਕਰਦੇ ਹਨ, ਕਿ ਭਾਈ ਜੇ 5 ਸਰੂਪ ਨੇ ਤਾਂ ਕਈ ਗ੍ਰੰਥੀ ਸਿੰਘ ਐਸਾ ਕਰਦੇ ਵੀ ਨੇ ਜਿਨ੍ਹਾਂ ਨੂੰ ਬੋਧ ਹੈ, ਉਹਨਾਂ ਨੂੰ ਨਮਸਕਾਰ ਹੈ। ਜਿਹੜੇ ਨਹੀਂ ਕਰਦੇ ਉਹਨਾਂ ਨੂੰ ਬੇਨਤੀ ਹੈ
ਕਿ ਭਾਈ ਇੱਕ ਸਰੂਪ ਦਾ ਜਿਵੇਂ ਇੱਕ ਹਫ਼ਤੇ ਵਿੱਚ ਇੱਕ ਸਰੂਪ ਦਾ ਪ੍ਰਕਾਸ਼ ਕਰ ਲਿਆ, ਉਹਦੀ ਸੇਵਾ ਸੰਭਾਲ ਹੋ ਗਈ, ਨਾਲੇ ਰੁਮਾਲ ਸਾਹਿਬ ਫੇਰਿਆ, ਮਿੱਟੀ ਘੱਟਾ ਸਾਫ਼ ਹੋ ਗਿਆ, ਜਿਲਦ ਵਾਲੇ ਪਾਸਿਓਂ, ਪਿਛਲੇ ਪਾਸਿਓਂ, ਅਗਲੇ ਪਾਸਿਓਂ, ਨਾਲੇ ਸਰੂਪ ਬਿਰਧ ਵੀ ਨਹੀਂ ਹੁੰਦਾ। ਹੁਣ 10 ਸਾਲ ਵੀ ਸਰੂਪ ਦੀ ਮਣਿਆਦ ਨਹੀਂ ਰਹੀ। 3-4 ਸਾਲਾਂ ਵਿੱਚ ਹੀ ਸਰੂਪ ਦੇ ਜਿਹੜੇ ਅੰਗ ਨੇ ਉਹ ਘਸ ਜਾਂਦੇ ਆ। ਕਈ ਵਾਰੀ ਗਿੱਲੇ ਹੱਥ ਲਾ ਦਿੰਦੇ ਨੇ, ਜਾਂ ਕੜਾਹ ਪ੍ਰਸ਼ਾਦ ਦੀ ਦੇਗ ਵੰਡ ਕੇ ਉਹ ਥਿੰਦੇ ਹੱਥ ਵੀ ਲੱਗ ਜਾਂਦੇ ਆ ਮਹਾਰਾਜ ਜੀ ਨੂੰ। ਉਹਦੇ ਨਾਲ ਸਰੂਪ ਦੀ ਜਿਹੜੀ ਅਵਧ ਹੈ ਉਹ ਘਟ ਜਾਂਦੀ ਹੈ। ਤੇ ਜੇ ਇਸ ਤਰੀਕੇ ਦੇ ਨਾਲ ਪ੍ਰਕਾਸ਼ ਕੀਤਾ ਜੇ ਵਾਰੀ-ਵਾਰੀ ਸਾਰੇ ਸਰੂਪਾਂ ਦਾ, ਤੇ ਇੱਕ ਸਰੂਪ 50 ਸਾਲ ਤੱਕ ਵੀ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਜਾ ਸਕਦਾ, ਉਹਦੀ ਸੰਭਾਲ ਕੀਤੀ ਜਾ ਸਕਦੀ ਹੈ। ਪੁਰਾਤਨ ਸਰੂਪ ਅੱਜ ਵੀ ਵੇਖੋ 300-300 ਸਾਲ ਪੁਰਾਣੇ ਸਰੂਪਾਂ ਦੇ ਮੈਂ ਦਰਸ਼ਨ ਕੀਤੇ ਨੇ। ਕਸ਼ਮੀਰੀ ਕਾਗਜ਼ ਉਹਨਾਂ ਨੂੰ ਲੱਗਾ ਹੁੰਦਾ ਸੀ। ਅੱਜ ਵੀ ਉਹ ਕਾਗਜ਼ ਇਤਨਾ ਬਰਕਰਾਰ ਹੈ ਕਿ ਮਾਨੋ ਹਾਲੇ ਉਹ ਜਵਾਨ ਹੋਇਆ ਹੁਣ 300 ਸਾਲ ਦੇ ਵਿੱਚ। ਉਹ ਅੰਗ ਕਿੰਨੇ ਸੋਹਣੇ ਢੰਗ ਦੇ ਨਾਲ ਉਹਨਾਂ ਨੇ ਉਹਨਾਂ ਸਰੂਪਾਂ ਦੀ ਸੰਭਾਲ ਕੀਤੀ ਹੋਵੇਗੀ, ਸ਼ਾਹੀ ਉੱਤੇ ਕਿੰਨੀ ਵਧੀਆ ਲਾਈ ਹੋਵੇਗੀ ਕਿ ਸਰੂਪਾਂ ਨੂੰ ਕੀੜਾ ਨਹੀਂ ਲੱਗਾ। ਤੋ ਇਸ ਪ੍ਰਕਾਰ ਨਾਲ ਭਾਈ ਮਹਾਰਾਜ ਜੀ ਦੇ ਭੈ ਹੈ ਸਤਿਗੁਰਾਂ ਦਾ, ਅਦਬ ਹੈ ਗੁਰੂ ਸਾਹਿਬ ਦਾ, ਤੇ ਸਤਿਗੁਰਾਂ ਦੇ ਭੈ ਅਦਬ ਵਿੱਚ ਜਿੰਨਾ ਰਹਾਂਗੇ ਓਨਾ ਹੀ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਤੇ ਰਹਿਮਤਾਂ ਜਿਹੜੀਆਂ ਨੇ, ਕਿਰਪਾ ਜਿਹੜੀ ਹੈ ਉਹ ਸਾਡੇ ਤੇ ਵਰਤਦੀ ਰਹੇਗੀ। ਗੁਰੂ ਕੀ ਬਖਸ਼ਿਸ਼ ਲੈਣੀ ਆ ਤਾਂ ਗੁਰੂ ਕੇ ਭੈ ਵਿੱਚ ਰਹੋ ਭਾਈ। ਜੇ ਭੈ ਵਿੱਚ ਨਹੀਂ ਰਹਾਂਗੇ, ਗੁਰੂ ਸਾਹਿਬ ਨੂੰ ਆਮ ਜਿਹੀ ਕਰਕੇ ਜਾਣਾਂਗੇ ਤੇ ਆਮ ਜਿਹੀ ਬਣ ਕੇ ਸੰਸਾਰ 'ਚ ਹੋ ਕੇ ਗੁਜ਼ਰ ਜਾਵਾਂਗੇ। ਕਿਸੇ ਨੇ ਨਹੀਂ ਜਾਣਨਾ ਸਿਆਣਨਾ ਸਾਨੂੰ। ਜੇ ਗੁਰੂ ਸਾਹਿਬ ਦਾ ਭੈ ਮੰਨ ਕੇ ਗੁਰਦੇਵ ਨੂੰ ਖਾਸ ਕਰਕੇ ਜਾਣਾਂਗੇ, ਮੇਰੇ ਸਾਹਿਬ ਜਿਹਾ ਨਹੀਂ ਹੈ ਕੋਈ, ਮੇਰੇ ਸਾਹਿਬ ਸਰਬ ਸ੍ਰੇਸ਼ਟ ਨੇ, ਸਰਵੋਤਮ ਨੇ, ਤੇ ਗੁਰੂ ਸਾਹਿਬ ਨੇ ਉਧਾਰ ਨਹੀਂ ਰੱਖਣਾ। ਜੇ ਗੁਰੂ ਸਾਹਿਬ ਨੂੰ ਜਿੰਨਾ ਖਾਸ ਸਮਝੋਗੇ, ਸਤਿਗੁਰੂ ਜੀ ਤੁਹਾਨੂੰ ਸੰਸਾਰ ਵਿੱਚ ਓਨਾ ਹੀ ਖਾਸ ਬਣਾ ਦੇਣਗੇ, ਓਨਾ ਹੀ ਖਾਸ ਬਣਾ ਦੇਣਗੇ। ਇਹ ਨਹੀਂ ਵੀ ਜਿੰਨਾ ਮਾਣ ਸਤਿਗੁਰਾਂ ਨੂੰ ਵਡਿਆਈ ਤੁਸੀਂ ਦੇਣੀ ਹੈ ਤੇ ਸਤਿਗੁਰਾਂ ਨੇ ਤੁਹਾਨੂੰ ਬਦਲੇ 'ਚ ਨਹੀਂ ਦੇਣਾ, ਸਤਿਗੁਰਾਂ ਦੁੱਗਣੀ ਚੌਗਣੀ ਕਰਕੇ ਤੁਹਾਨੂੰ ਬਖਸ਼ ਦੇਣੀ। ਇਸ ਕਰਕੇ ਗੁਰਮੁਖੋ ਸਤਿਗੁਰਾਂ ਦੇ ਭੈ ਤੋਂ ਬਿਨਾਂ ਪਰਮੇਸ਼ਰ ਦੀ ਭਗਤੀ ਨਹੀਂ ਹੋ ਸਕਦੀ। ਤੋ ਜਿਹੜੇ ਭੈ ਨਹੀਂ ਰੱਖਦੇ ਮਹਾਰਾਜ ਜੀ ਦਾ, ਉਹ ਭਗਤੀ ਵਿੱਚ ਨਹੀਂ ਪ੍ਰਪੱਕ ਹੋ ਸਕਦੇ। ਸ਼ਬਦ ਰਤੇ ਸਦਾ ਸੁਖ ਹੋਏ, ਜਿਹੜੇ ਸਤਿਗੁਰਾਂ ਦੇ ਸ਼ਬਦ ਦੇ ਰੰਗ ਵਿੱਚ ਰੰਗੇ ਹੋਏ ਹਨ, ਉਹ ਸਦਾ ਹੀ ਸੁਖੀ ਹੁੰਦੇ ਨੇ, ਉਹ ਸਦਾ ਹੀ ਸੁਖ ਮਾਣਦੇ ਹਨ। ਐਸਾ ਗਿਆਨ ਪਦਾਰਥ ਨਾਮ, ਇਹ ਭਾਈ ਜਿਹੜਾ ਸਾਹਿਬ ਦਾ ਅੰਮ੍ਰਿਤ ਨਾਮ ਹੈ, ਇਹ ਗਿਆਨ ਪਦਾਰਥ ਹੈ। ਜਿਹੜਾ ਨਾਮ ਪਦਾਰਥ ਹੈ ਨਾ, ਇਹ ਗਿਆਨ ਪਦਾਰਥ ਹੈ। ਨਿਰੰਕਾਰ ਦੇ ਨਾਮ ਚੋਂ ਹੀ ਸਾਰੇ ਗਿਆਨ ਦੀ ਪ੍ਰਾਪਤੀ ਹੁੰਦੀ, ਆਤਮ ਗਿਆਨ ਦੀ ਸੋਝੀ ਨਾਮ ਜਪ ਕੇ ਹੁੰਦੀ ਹੈ। ਹੋਰ ਕੋਈ ਤਰੀਕਾ ਹੀ ਨਹੀਂ ਹੈ। ਜਿਵੇਂ ਜਿਵੇਂ ਨਾਮ ਦੀ ਸਾਧਨਾ ਕਰਦੇ ਹਾਂ, ਨਾਮ ਜਪਦੇ ਹਾਂ, ਤਿਵੇਂ ਤਿਵੇਂ ਹਿਰਦਾ ਇਕਾਗਰ ਹੁੰਦਾ, ਹਿਰਦਾ ਸ਼ੁੱਧ ਹੁੰਦਾ, ਅੰਤਸ਼ਕਰਨ ਸ਼ੁੱਧ ਹੁੰਦਾ, ਮਨ ਇਕਾਗਰ ਹੁੰਦਾ। ਮਨ ਦੀ ਇਕਾਗਰਤਾ ਜਿਵੇਂ ਜਿਵੇਂ ਬਣਦੀ ਹੈ, ਫਿਰ ਉਹ ਆਪਣੇ ਨਿਜ ਸਰੂਪ ਨੂੰ ਪਛਾਣਦਾ ਹੈ। ਜੇ ਮਨ ਇਕਾਗਰ ਹੀ ਨਾ ਹੋਵੇ ਤੇ ਨਿਜ ਸਰੂਪ ਨੂੰ ਕਿਵੇਂ ਪਛਾਣੇ? ਅੱਖਾਂ ਦੇ ਸਾਹਮਣੇ ਕੋਈ ਗੁਜ਼ਰ ਜਾਏ, ਸਾਡਾ ਮਨ ਇਕਾਗਰ ਨਾ ਹੋਵੇ, ਨਾ ਵੇਖ ਰਿਹਾ ਹੋਵੇ, ਤੇ ਕਹਿੰਦੇ ਆ ਜੀ ਮੈਂ ਧਿਆਨ ਨਹੀਂ ਕੀਤਾ, ਕੌਣ ਲੰਘਿਆ। ਜੇ ਇਕਾਗਰ ਹੋਵੇ, ਵੇਖ ਲੈਨੇ ਆ ਕੌਣ ਲੰਘਿਆ, ਕੌਣ ਗੁਜ਼ਰਿਆ। ਏਦਾਂ ਜਦੋਂ ਮਨ ਇਕਾਗਰ ਹੀ ਨਹੀਂ ਹੋਣਾ, ਆਪਣਾ ਨਿਜ ਸਰੂਪ ਕਿਵੇਂ ਜਾਣੇਗਾ, ਪਛਾਣੇਗਾ, ਭਾਵੇਂ ਸਾਹਮਣੇ ਖੜਾ ਹੋਵੇ। ਤੋ ਮਨ ਦੀ ਇਕਾਗਰਤਾ ਸਿਮਰਨ ਦੁਆਰਾ ਹੁੰਦੀ ਹੈ। ਜਿਵੇਂ ਜਿਵੇਂ ਨਾਮ ਦਾ ਜਾਪ ਹੁੰਦਾ, ਤਿਵੇਂ ਤਿਵੇਂ ਇਕਾਗਰਤਾ ਹੁੰਦੀ, ਉਹਦੇ ਨਾਲ ਨਿਜ ਸਰੂਪ ਦੀ ਜਾਣਕਾਰੀ ਹੁੰਦੀ। ਇਸ ਕਰਕੇ ਨਾਮ ਹੀ ਗਿਆਨ ਕਰਾਉਣ ਦੇ ਵਿੱਚ ਸક્ષਮ ਹੈ। ਸਾਹਿਬ ਦਾ ਜੋ ਨਾਮ ਪਦਾਰਥ ਹੈ, ਇਹ ਐਸਾ ਗਿਆਨ ਹੈ। ਗੁਰਮੁਖ ਪਾਵਸ ਰਸ ਰਸ ਮਾਨ, ਜਿਹੜੇ ਗੁਰਮੁਖ ਨੇ ਰਸ ਲੈ ਲੈ ਕੇ ਇਸ ਨੂੰ ਮਾਣ ਪ੍ਰਾਪਤ ਕਰਦੇ ਸੰਸਾਰ, ਜਿਹੜੇ ਇਹਦਾ ਰਸ ਲੈਂਦੇ ਆ ਨਾ ਨਾਮ ਦਾ, ਉਹਨਾਂ ਨੂੰ ਸੰਸਾਰ ਵਿੱਚ ਮਾਣ ਪ੍ਰਾਪਤ ਹੁੰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਨਾਮ ਜਪਣ ਵਾਲੇ ਗੁਰਮੁਖਾਂ ਨੂੰ ਮਾਣ ਮਿਲਦਾ ਨਾ ਸੰਸਾਰ 'ਚ। ਕੈਸੇ ਕੈਸੇ ਮਹਾਂਪੁਰਸ਼ ਸੰਤ ਬਾਬਾ ਅਤਰ ਸਿੰਘ ਜੀ ਜੈਸੇ, ਧੰਨ ਬਾਬਾ ਆਨੰਦ ਸਿੰਘ ਸਾਹਿਬ ਜੀ ਜੈਸੇ, ਕਿਤਨੇ ਕਿਤਨੇ ਮਹਾਂਪੁਰਸ਼ ਜਿਨ੍ਹਾਂ ਨਾਮ ਜਪਿਆ, ਉਹ ਇਸ ਸੰਸਾਰ ਦੇ ਵਿੱਚ ਮਾਣ ਪ੍ਰਾਪਤ ਹੁਣ ਵੀ ਕਰ ਰਹੇ ਨੇ, ਆਪਣੇ ਚਲੇ ਜਾਣ ਤੋਂ ਬਾਅਦ ਵੀ ਕਰ ਰਹੇ ਨੇ। ਤੋ ਜਿਨ੍ਹਾਂ ਨੇ ਨਾਮ ਦਾ ਰਸ ਮਾਣਿਆ, ਉਹ ਸੰਸਾਰ 'ਚ ਮਾਣ ਪਾਉਂਦੇ ਹਨ। ਰਹਾਉ
ਗਿਆਨ ਗਿਆਨ ਕਥੈ ਸਭ ਕੋਏ। ਉਹਨਾਂ ਨੂੰ ਮਾਣ ਦੀ ਇੱਛਾ ਨਹੀਂ ਹੁੰਦੀ ਵੀ ਸਾਡਾ ਮਾਣ ਹੋਵੇ, ਪਰ ਫਿਰ ਵੀ ਮਾਣ ਹੁੰਦਾ ਹੈ। ਉਦਾਂ ਗੱਲਾਂ ਬਾਤਾਂ ਦੇ ਨਾਲ ਗਿਆਨ ਗਿਆਨ ਸਾਰੇ ਹੀ ਕਹਿ ਲੈਂਦੇ ਆ। ਕਿਹੜਾ ਬੰਦਾ ਕਹਿੰਦਾ ਮੈਨੂੰ ਗਿਆਨ ਨਹੀਂ ਹੈ? ਅਗਿਆਨਤਾ ਵਿੱਚ ਭੁੱਜਿਆ ਹੋਇਆ ਬੰਦਾ ਵੀ ਕਹਿੰਦਾ ਮੈਂ ਜਾਣਦਾ, ਮੈਨੂੰ ਪਤਾ ਹੈ। ਪੁੱਛੋ ਕੀ ਪਤਾ, ਫਿਰ ਅੱਗੋਂ ਦੱਸ ਨਹੀਂ ਸਕਦਾ। ਮੈਨੂੰ ਪਤਾ ਹੈ ਜੀ, ਮੈਂ ਜਾਣਦਾ ਹਾਂ ਜੀ। ਗਿਆਨ ਗਿਆਨ ਨੂੰ ਤਾਂ ਸਾਰੇ ਹੀ ਕਥਨ ਕਰਦੇ ਆ। ਕਦੇ ਕਿਸੇ ਨੇ ਆਖਿਆ ਜੀ ਮੈਂ ਅਗਿਆਨੀ ਹਾਂ? ਇੱਥੇ ਤਾਂ ਹਰ ਇੱਕ ਬੰਦਾ ਆਪਣੇ ਆਪ ਨੂੰ ਗਿਆਨੀ ਸਦਾਉਂਦਾ ਹੈ। ਹਰੇਕ ਪ੍ਰਾਣੀ ਆਪਣੇ ਆਪ ਨੂੰ ਗਿਆਨਵਾਨ ਸਦਾਉਂਦਾ ਵੀ ਮੈਂ ਗਿਆਨਵਾਨ ਹਾਂ, ਮੈਂ ਗਿਆਨੀ ਹਾਂ। ਪਰ ਕਹਿਣ ਨਾਲ ਤਾਂ ਨਹੀਂ ਗਿਆਨ ਹੁੰਦਾ ਭਾਈ। ਜੇ ਮੈਂ ਗਿਆਨ 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 ਆਪਣੇ ਆਪ ਨੂੰ ਮੈਂ ਵੀ ਕਹੀ ਜਾਵਾਂ ਗਿਆਨੀ ਗਿਆਨੀ ਗਿਆਨੀ, ਤੇ ਮੈਂ ਗਿਆਨੀ ਤਾਂ ਨਹੀਂ ਹੋ ਜਾਣਾ। ਗਿਆਨੀ ਪਤਾ ਕਿਸ ਨੂੰ ਕਹਿੰਦੇ ਆ? ਜਿਸ ਦੇ ਅੰਦਰੋਂ ਮਨ ਹੀ ਸਮਾਪਤ ਹੋ ਜਾਏ, ਮਨ ਹੀ ਨਾ ਰਹੇ, ਉਹ ਗਿਆਨੀ। ਸਾਡੇ 'ਚ ਮਨ ਹੈ, ਜਿਨ੍ਹਾਂ 'ਚ ਮਨ ਹੈ ਉਹ ਕਿਵੇਂ ਗਿਆਨੀ ਹੋ ਗਏ ਬਈ? ਮਨ ਕਿਹਨੂੰ ਕਹਿੰਦੇ ਆ? ਫੁਰਨੇ ਕਫੁਰਨਿਆਂ ਨੂੰ, ਸੰਕਲਪ ਵਿਕਲਪ ਨੂੰ। ਜਿੱਥੇ ਫੁਰਨੇ ਕਫੁਰਨੇ, ਉਹ ਕਿਵੇਂ ਗਿਆਨੀ ਹੋ ਗਏ? ਗਿਆਨੀ ਤਾਂ ਉਹ ਹੁੰਦਾ ਜਿਹਦੇ ਅੰਦਰੋਂ ਮਨ ਹੀ ਨਾ ਰਹੇ। ਬੜੇ ਤਤਵੇਤਾ ਮਹਾਪੁਰਸ਼ ਹੋਏ ਨਿਤਿਆਨੰਦ ਜੀ ਮਹਾਰਾਜ। ਉਹਨਾਂ ਨੇ ਇੱਕ ਜੋ ਬਚਨ ਉਚਾਰੇ ਉਹਦੀ ਪੁਸਤਕ ਲਿਖੀ ਗਈ, ਮੈਂ ਕੀ ਹਾਂ, ਪੁਸਤਕ ਦਾ ਨਾਂ। ਇੱਕ ਦਿਨ ਦਰਖਤ ਤੇ ਚੜੇ ਹੋਏ ਆਪਣੀ ਮੌਜ 'ਚ ਬੈਠੇ ਹੋਏ ਬੋਲੇ। ਸ਼ੁਰੂਆਤ ਕਿੱਥੋਂ ਕੀਤੀ ਵੇਖੋ, ਪ੍ਰਾਰੰਭਤਾ ਕਿੱਥੋਂ ਕੀਤੀ? ਇੱਥੋਂ ਹੀ ਪ੍ਰਾਰੰਭਤਾ ਕੀਤੀ, ਗਿਆਨੀ ਕਾ ਮਨ ਨਹੀਂ ਹੋਤਾ। ਜੋ ਗਿਆਨਵਾਨ ਹੈ ਉਹਦੇ 'ਚ ਮਨ ਨਹੀਂ ਹੁੰਦਾ। ਫਿਰ ਮਨ ਨਹੀਂ ਹੁੰਦਾ ਤੇ ਕੀ ਹੁੰਦਾ? ਮਨ ਤੋਂ ਜੋਤ ਸਰੂਪ। ਉਹ ਜੋਤ ਸਰੂਪ ਹੋ ਜਾਂਦੇ ਨਾ, ਉਹ ਮਨ ਜੋਤ ਰੂਪ ਹੋ ਗਿਆ ਜਦੋਂ, ਫਿਰ ਤਾਂ ਮਨ ਰਹਿੰਦਾ ਹੀ ਨਹੀਂ। ਮਨ ਕੀ ਹੈ? ਮਨ ਫੁਰਨੇ ਕਫੁਰਨੇ ਨੇ, ਸੰਕਲਪ ਵਿਕਲਪ ਨੇ। ਆਪਾਂ ਕਹਿੰਦੇ ਮੇਰਾ ਦਿਲ ਨਹੀਂ ਕਰਦਾ। ਦਿਲ ਤਾਂ ਕੁਝ ਨਹੀਂ ਕਰਦਾ, ਦਿਲ ਦਾ ਕੰਮ ਹੈ ਪੰਪ ਕਰਨਾ। ਉਹਨੇ ਖੂਨ ਨੂੰ ਪੰਪ ਕਰਨਾ, ਖੂਨ ਦਾ ਦੌਰਾ ਚਲਾਉਣਾ। ਦਿਲ ਨਹੀਂ ਹੈ ਕੁਝ। ਦਿਲ ਦੇ ਵਿੱਚ ਜੇ ਕੱਢੀਏ ਆਪਰੇਸ਼ਨ ਕਰਕੇ ਵੀ ਮਨ ਬਾਹਰ ਕੱਢੀਏ, ਕੱਢ ਸਕਦੇ ਆ? ਨਹੀਂ ਕੱਢ ਸਕਦੇ। ਮਨ ਕਿਸੇ ਸਥੂਲ ਔਜ਼ਾਰ ਨਾਲ ਕਾਬੂ ਨਹੀਂ ਆਉਂਦਾ। ਮਨ ਹੈ ਫੁਰਨੇ ਕਫੁਰਨੇ, ਸੰਕਲਪ ਵਿਕਲਪ, ਫੁਰਨੇ ਕਫੁਰਨੇ। ਹੁਣ ਜਿਹੜਾ ਗਿਆਨੀ ਆ ਉਹਦੇ ਅੰਦਰ ਸਮਾਪਤ ਹੋ ਜਾਂਦਾ। ਉਦਾਂ ਭਾਵੇਂ ਅਸੀਂ ਲੱਖ ਕਹੀ ਜਾਈਏ ਗਿਆਨ ਗਿਆਨ, ਪਰ ਗਿਆਨ ਗਿਆਨ ਕਥਨ ਨਾਲ ਗੁਰੂ ਨਾਨਕ ਸਾਹਿਬ ਕਹਿੰਦੇ ਗਿਆਨ ਨਹੀਂ ਹੋ ਜਾਣਾ। ਹਾਂਜੀ, ਕਥ ਕਥ ਬਾਦ ਕਰੇ ਦੁਖ ਹੋਏ। ਕਹਿੰਦੇ ਸਗੋਂ ਇਹੋ ਜਿਹੇ ਜਿਹੜੇ ਘਰੜ ਗਿਆਨੀ ਨੇ ਨਾ, ਉਹ ਗਿਆਨ ਗਿਆਨ ਕੱਥ ਕੇ ਆਪਸ ਵਿੱਚ ਲੜਦੇ ਵੇਖੇ ਜਾਂਦੇ ਆ। ਸਿੰਘ ਫਸਾ ਕੇ ਜੁੱਤੀਆਂ ਤੱਕ ਕੱਢ ਲੈਂਦੇ ਆ, ਡਾਂਗਾਂ ਤੱਕ ਚੁੱਕ ਲੈਂਦੇ ਆ, ਗਿਆਨ ਦੀ ਚਰਚਾ ਕਰਦੇ ਆ। ਕਥ ਕਥ ਬਾਦ ਕਰੇ। ਬਾਦ ਕਹਿੰਦੇ ਝਗੜੇ ਨੂੰ। ਉਹ ਫੋਕਾ ਗਿਆਨ, ਜਿਹੜਾ ਤਤਵ ਗਿਆਨੀ ਹੁੰਦਾ, ਉਹ ਤਾਂ ਕਹਿੰਦਾ ਭਾਈ ਮੈਂ ਕਿਸੇ ਨਾਲ ਕੀ ਲੜਨਾ, ਕਿਆ ਲੜੀਏ ਕਿਸੇ ਨਾਲ ਭਾਈ। ਜੋ ਮੈਂ ਮਾਣਦਾ ਹਾਂ, ਜੋ ਮੈਂ ਜਾਣਦਾ ਹਾਂ, ਉਹ ਮੈਂ ਵਿਖਾ ਹੀ ਨਹੀਂ ਸਕਦਾ, ਕੱਥ ਹੀ ਨਹੀਂ ਸਕਦਾ, ਕਹਿ ਹੀ ਨਹੀਂ ਸਕਦਾ। ਤੇ ਜੋ ਮੈਂ ਕਹਿ ਹੀ ਨਹੀਂ ਸਕਦਾ, ਤੇ ਫਿਰ ਲੜਾਂ ਕਿਹਦੇ ਨਾਲ? ਕਹਿ ਕੇ ਝਗੜਾਂ ਕਿਹਦੇ ਨਾਲ? ਜਿਹੜੇ ਅੱਧੇ ਅਧੂਰੇ ਗਿਆਨੀ ਹੁੰਦੇ ਐ, ਉਹ ਲੜਦੇ ਐ, ਉਹ ਝਗੜਦੇ ਐ। ਕਥ ਕਥ ਬਾਦ ਕਰੇ। ਕਥ ਕਥ ਕੇ ਨਾ ਗਿਆਨ, ਫੋਕਾ ਗਿਆਨ ਕਥ ਕਥ ਕੇ ਉਹ ਝਗੜਾ ਕਰਦੇ, ਉਹ ਵਿਵਾਦ 'ਚ ਪਏ ਰਹਿੰਦੇ। ਤੇ ਅੱਜ ਦਾ ਜਿਹੜਾ ਗਿਆਨ ਹੈ ਸਾਡੇ ਗਿਆਨੀਆਂ ਕੋਲ, ਉਹ ਝਗੜਿਆਂ ਵਾਲਾ ਗਿਆਨ ਹੈ। ਮਾਫ ਕਰਨਾ, ਤਤਵ ਗਿਆਨ ਕੋਈ ਨਹੀਂ ਹੈ। ਅੱਜ ਸਾਡੇ ਕੋਲ ਝਗੜਿਆਂ ਵਾਲਾ ਗਿਆਨ ਜ਼ਰੂਰ ਹੈ। ਝਗੜੇ ਪਾਉਣੇ ਕਿਵੇਂ ਪੈਣ? ਕਦੇ ਕੋਈ ਮੁੱਦਾ ਚੁੱਕ ਲਓ,
ਕਦੇ ਕੋਈ ਮੁੱਦਾ ਚੁੱਕ ਲਓ, ਕਦੇ ਕੋਈ ਗੱਲ ਬਣਾ ਲਓ। ਸਾਡੇ ਕੋਲ ਮੁੱਦੇ ਇਹੀ ਰਹਿ ਗਏ ਨੇ। ਸਾਡੇ ਕੋਲ ਅਸਲ ਮੁੱਦਾ ਆਤਮ ਸਵਰੂਪ ਨੂੰ ਜਾਣਨ ਦਾ ਤਾਂ ਰਿਹਾ ਹੀ ਨਹੀਂ ਹੈ। ਅੱਜ ਕੱਲ ਦੇ ਗਿਆਨੀਆਂ ਦੇ ਪਾਸ ਕੇਵਲ ਤਾਂ ਕੇਵਲ ਵਿਵਾਦਕ ਮੁੱਦੇ ਹਨ, ਤੇ ਬਿਨਾਂ ਗੱਲ ਤੋਂ ਵੀ ਵਿਵਾਦ ਬਣਾ ਲੈਣਾ। ਜਿਨ੍ਹਾਂ ਦਾ ਕੋਈ ਵਿਵਾਦ ਹੈ ਵੀ ਨਹੀਂ, ਉਹਨਾਂ ਦਾ ਵੀ ਵਿਵਾਦ ਬਣਾ ਲੈਣਾ। ਜਿਨ੍ਹਾਂ ਦੀ ਸੁਰਤ ਹੀ ਉੱਥੇ ਰਹਿਣੀ, ਵਿਵਾਦ ਬਣਾਉਣਾ। ਕਿਸੇ ਤਰੀਕੇ ਵਿਵਾਦ ਬਣੇ ਕਿਵੇਂ, ਮੈਂ ਉਹ ਤਰੀਕਾ ਲੱਭਾਂ। ਉਹਨਾਂ ਨੇ ਵਿਵਾਦ ਹੀ ਬਣਾਉਣਾ ਹੁੰਦਾ। ਜੇ ਕੋਈ ਸੰਵਾਦ ਵਾਸਤੇ ਸੱਦਾ ਦੇਵੇ ਤਾਂ ਸੰਵਾਦ ਨਹੀਂ ਕਰਦੇ। ਉਹ ਕਹਿੰਦੇ ਅਸੀਂ ਤਾਂ, ਸਾਡਾ ਕੰਮ, ਸਾਡੀ ਡਿਊਟੀ ਵਿਵਾਦ ਕਰਨਾ, ਸੰਵਾਦ ਕਰਨਾ ਨਹੀਂ ਹੈ। ਉਹ ਵਿਵਾਦਤ ਬਾਤ ਹੀ ਕਰਨਗੇ, ਵਿਵਾਦਤ ਮੁੱਦਿਆਂ ਨੂੰ ਉਛਾਲਣਗੇ। ਉਹ ਦੋ ਬੈਠੇ ਭਰਾ ਮਿੱਤਰ, ਇੱਕ ਨੇ ਆਖਿਆ ਮੈਂ ਲਵਾਂਗਾ ਜ਼ਮੀਨ, ਦੂਜਾ ਕਹਿੰਦਾ ਮੈਂ ਤਾਂ ਪਸ਼ੂ ਲਵਾਂਗਾ। ਉਹਨੇ ਆਖਿਆ ਵੀ ਜੇ ਤੂੰ ਪਸ਼ੂ ਲਏ ਨਾ ਤੇ ਆਪਣੀ ਯਾਰ ਲੜਾਈ ਹੋ ਜਾਣੀ। ਤੂੰ, ਤੇਰੇ ਪਸ਼ੂ ਮੇਰੇ ਖੇਤਾਂ 'ਚ ਆ ਕੇ ਮੇਰੀ ਫਸਲ ਉਜਾੜਿਆ ਕਰਨਗੇ ਤੇ ਆਪਣਾ ਝਗੜਾ ਹੋ ਜਾਣਾ ਵੀ ਤੂੰ ਪਸ਼ੂ ਨਾ ਲਈ। ਉਹ ਕਹਿੰਦਾ ਵੀ ਤੂੰ ਕੌਣ ਹੁੰਦਾ ਮੈਨੂੰ ਰੋਕਣ ਵਾਲਾ, ਮੈਂ ਤਾਂ ਲਵਾਂਗਾ। ਉਹ ਕਹਿੰਦਾ ਫਿਰ ਜੇ ਤੂੰ ਲਵੇਂਗਾ ਤੇ ਫਿਰ ਆਪਣੀ ਲੜਾਈ ਹੋਣੀ ਹੈ। ਉਹ ਕਹਿੰਦਾ ਮੈਨੂੰ ਰੋਕ ਕੇ ਵਿਖਾਈ। ਕਹਿੰਦਾ ਆਹ ਲਕੀਰ ਖਿੱਚੀ, ਆ ਮੇਰੀ ਜ਼ਮੀਨ ਹੈ, ਵਾੜ ਇਹਦੇ 'ਚ ਪਸ਼ੂ ਆਪਣੇ, ਹੁਣੇ ਤੇਰੀਆਂ ਲੱਤਾਂ ਨਾ ਭੰਨੀਆਂ ਤਾਂ। ਉਹਨੇ ਆਪਣੀ ਉਂਗਲ ਦੇ ਨਾਲ ਹੀ ਏਦਾਂ ਕਹਿੰਦਾ ਆਹ ਲੈ ਲਕੀਰ ਪਾੜ ਕੇ ਨਾ, ਕਹਿੰਦਾ ਆਹ ਲੈ ਤੇਰੇ ਖੇਤ 'ਚ ਮੇਰੀ ਮੱਝ ਖਲੋ ਗਈ ਆ ਕੇ। ਉੱਥੋਂ ਹੀ ਲੜ ਕੇ ਗੁੱਥਮ ਗੁੱਥਾ ਹੋਏ, ਜਿਉਂ ਝਗੜਾ ਕੀਤਾ। ਨਾ ਉਹਨੇ ਜ਼ਮੀਨ ਖਰੀਦੀ, ਨਾ ਉਹਨੇ ਪਸ਼ੂ ਖਰੀਦੇ, ਲੜਾਈ ਬਿਨਾਂ ਕਾਰਨ ਤੋਂ ਬਣਾ। ਅੱਜ ਕੱਲ ਦੇ ਸਾਡੇ ਕਈ ਵੀਰ ਗਿਆਨੀ ਏਦਾਂ ਦੇ ਹਨ ਵੀ ਮੁੱਦਾ ਹੋਵੇ ਨਾ ਹੋਵੇ ਪਰ ਉਹਨਾਂ ਨੇ ਵਿਵਾਦ ਜ਼ਰੂਰ ਬਣਾਉਣਾ, ਤਾਂ ਜੋ ਹੁਣ ਲੋਕ ਸਾਡੇ ਵੱਲ ਆਕਰਸ਼ਿਤ ਕਿਵੇਂ ਹੋਣ, ਮੇਰੇ ਵੱਲ ਕਿਵੇਂ ਖਿੱਚੇ ਜਾਣ। ਉਹਦਾ ਮੁੱਦਾ ਕੋਈ ਬਣਾਵਾਂਗੇ ਤੇ ਲੋਕਾਂ ਦਾ ਧਿਆਨ ਮੇਰੇ ਵੱਲ ਆਕਰਸ਼ਿਤ ਹੋਵੇਗਾ। ਇੱਕ ਸੱਜਣ ਨੇ ਬਹੁਤ ਸਾਲ ਹੋਏ ਆਸਟ੍ਰੇਲੀਆ ਵਿੱਚ ਅੱਗ ਲਾਈ ਜੰਗਲ 'ਚ। ਸੈਂਕੜੇ ਏਕੜਾਂ, ਹਜ਼ਾਰ ਏਕੜਾਂ ਦੇ ਵਿੱਚ ਫੈਲੀ ਉਸ ਅੱਗ ਨੇ ਜੰਗਲ ਸਾੜ ਕੇ ਸੁਆਹ ਕੀਤੇ। ਤੇ ਉਹਨੇ ਆਪਣਾ ਸਿਲੰਡਰ ਕੀਤਾ ਪੁਲਿਸ ਦੇ ਕੋਲ। ਉਹਨੂੰ ਪੁੱਛਿਆ ਵੀ ਤੂੰ ਅੱਗ ਕਿਉਂ ਲਾਈ? ਉਹ ਕਹਿੰਦਾ ਮੈਂ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਚਾਹੁੰਦਾ ਸੀ, ਦੱਸਣਾ ਚਾਹੁੰਦਾ ਸੀ ਮੈਂ ਹਾਂ। ਏਦਾਂ ਕਈਆਂ ਦਾ ਕੰਮ ਹੁੰਦਾ, ਅੱਗ ਲਾ ਕੇ ਸਮਾਜ ਦੇ ਵਿੱਚ ਲੋਕਾਂ ਦਾ ਧਿਆਨ ਆਪਣੇ ਵੱਲ ਕੇਂਦਰਿਤ ਕਰਨਾ। ਇਹੋ ਜਿਹਾ ਗਿਆਨ ਪ੍ਰਵਾਨ ਨਹੀਂ ਗੁਰੂ ਸਾਹਿਬ ਨੂੰ, ਜਿਹੜਾ ਅੱਗ ਲਾਉਂਦਾ ਹੋਵੇ, ਜਿਹੜਾ ਸਮਾਜ ਨੂੰ ਵੰਡੀਆਂ ਵਿੱਚ ਪਾ ਕੇ ਵੰਡਦਾ ਹੋਵੇ, ਫਿਰਕਾ ਪ੍ਰਸਤੀ ਦੇ ਨਾਂ ਨਾਲ, ਸੰਪਰਦਾਇਕ ਰੂਪ ਦੇ ਨਾਂ ਨਾਲ ਵੰਡੀਆਂ ਪਾਉਂਦਾ ਹੋਵੇ, ਜਿਹੜਾ ਸਮਾਜ ਨੂੰ, ਇਹੋ ਜਿਹਾ ਗਿਆਨ ਗੁਰਦੇਵ ਨੇ ਕਦੀ ਨਾ ਸਵਕਾਰਿਆ ਨਾ ਸਵਕਾਰਨਗੇ। ਗੁਰਦੇਵ ਤਾਂ ਉਹ ਗਿਆਨ ਸਵਕਾਰਦੇ ਨੇ ਜਿਸ ਗਿਆਨ ਨਾਲ ਪੂਰੇ ਸਮਾਜ ਨੂੰ ਆਪਣੇ ਇੱਕ ਕਲਾਵੇਂ 'ਚ ਲੈ ਕੇ ਪਾਤਸ਼ਾਹ ਕਹਿ ਸਕਦੇ ਆਓ ਜੀ ਮਹਾਰਾਜ, ਪੂਰੇ ਸੰਸਾਰ ਨੂੰ ਆਪਣੇ ਇੱਕ ਕਲਾਵੇਂ ਵਿੱਚ ਲੈ ਕੇ ਮਹਾਰਾਜ ਜੀ ਸਭ ਨੂੰ ਆਪਣੇ ਘੁੱਟ ਕੇ ਗੱਲ ਵੱਕੜੀ ਨਾਲ ਲਾਉਂਦੇ ਐ। ਉਹ ਭਾਵੇਂ ਮੁਸਲਮਾਨ ਫਕੀਰ ਭੀਖਣ ਸ਼ਾਹ ਹੋਵੇ, ਪੀਰ ਬੁੱਧੂ ਸ਼ਾਹ ਹੋਵੇ, ਗਨੀ ਖਾਂ ਨਬੀ ਖਾਂ ਹੋਵੇ, ਤੇ ਭਾਵੇਂ ਹਿੰਦੂ ਧਰਮ ਨਾਲ ਸੰਬੰਧਿਤ ਭਗਤ ਜੈਦੇਵ ਹੋਵੇ, ਸੂਰਦਾਸ ਜੀ ਹੋਣ, ਮਹਾਰਾਜ ਜੀ ਆਪਣੇ ਕਲਾਵੇਂ 'ਚ ਲੈਂਦੇ ਮੇਰੇ ਗੁਰਦੇਵ ਦਾ ਗਿਆਨ ਹੈ। ਜਿਹੜਾ ਗਿਆਨ ਵੰਡੀਆਂ ਪਾਵੇ ਉਹ ਕਾਹਦਾ ਗਿਆਨ ਭਾਈ? ਗਿਆਨ ਸਮਾਜ ਨੂੰ ਇਕੱਠਾ ਕਰਨ ਵਾਸਤੇ ਹੁੰਦਾ ਕਿ ਵੰਡੀਆਂ ਪਾਉਣ ਨੂੰ ਹੁੰਦਾ? ਇਸ ਕਰਕੇ ਪਾਤਸ਼ਾਹ ਇੱਥੇ ਕਹਿੰਦੇ ਆ ਵੀ ਬਹੁਤੇ ਤਾਂ ਕੇਵਲ ਕੱਥ ਕੇ ਨਾ ਝਗੜਾ ਹੀ ਕਰਦੇ ਆ। ਉਹ ਵਾਦ ਪਾ ਕੇ ਨਾਲੇ ਆਪ ਦੁਖੀ ਹੁੰਦੇ ਨਾਲੇ ਦੂਜਿਆਂ ਨੂੰ ਦੁਖੀ ਕਰਦੇ ਹਨ। ਕਥ ਕਹਿਣਾ ਤੇ ਰਹਿ ਨਾ ਕੋਈ। ਜੋ ਆਪ ਕਥਦੇ ਨੇ, ਜੋ ਆਪ ਕਹਿੰਦੇ ਨੇ, ਉਹਦੇ ਤੇ ਰਹਿੰਦੇ ਨਹੀਂ ਹਨ ਆਪ। ਮੈਂ ਹੁਣ ਜੋ ਕਥਾ ਕਰ ਰਿਹਾ, ਕਹਿ ਰਿਹਾ, ਪਰ ਮੈਂ ਇਹਦੇ ਤੇ ਰਹਾਂਗਾ ਥੋੜੀ। ਕਹਿਣ ਤੋਂ ਭਾਵ ਕਿ ਸਾਡੀ ਕੇਵਲ ਕਥਾ ਹੀ ਹੈ ਨਾ, ਕਰਨੀ ਤਾਂ ਕੋਈ ਨਹੀਂ। ਏਦਾਂ ਦਾ ਕਲਯੁਗ ਦੇ ਗਿਆਨੀ ਇਹੋ ਜਿਹੇ ਨੇ ਭਾਈ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵੀ ਕਹਿੰਦੇ ਜ਼ਰੂਰ ਨੇ ਗਿਆਨ ਦੀਆਂ ਗੱਲਾਂ, ਆਪਾਂ ਸਾਰੇ ਕਹਿੰਦੇ ਆ ਏਦਾਂ ਕਰਨਾ ਚਾਹੀਦਾ, ਏਦਾਂ ਕਰਨਾ ਚਾਹੀਦਾ। ਕਿਸੇ ਨੂੰ ਕੋਈ ਮਾੜੀ ਮੋਟੀ ਬਿਮਾਰੀ ਹੋਵੇ ਆਪਾਂ ਇਲਾਜ ਦੱਸਣ ਲੱਗਦੇ, ਆਹ ਚੀਜ਼ ਖਾਈ,
ਪੁੱਛੇ ਵੀ ਤੂੰ ਖਾਧੀ, ਕਦੇ ਕਹਿੰਦਾ ਨਹੀਂ ਵਰਤੀ ਨਹੀਂ, ਉਦਾਂ ਸੁਣਿਆ ਵੀ ਇਦਾਂ ਇਹ ਖਾ ਕੇ ਠੀਕ ਹੋ ਜਾਂਦੀ। ਯਾਨੀ ਕਿ ਦੂਜਿਆਂ ਲਈ ਹੈ ਨਾ ਵੀ ਮਰੇ ਅਗਲਾ ਮਰੇ, ਨੁਕਸਾਨ ਹੋਵੇ ਅਗਲੇ ਦਾ ਹੋਵੇ, ਆਪ ਨਹੀਂ ਭਵੇਂ ਅਸੀਂ ਕੀਤਾ ਹੁੰਦਾ, ਪਰ ਲੋਕਾਂ ਲਈ ਉਹ ਅਸੀਂ ਗਿਆਨ ਜ਼ਰੂਰ ਇਕੱਠਾ ਕਰਕੇ ਰੱਖਿਆ ਹੋਇਆ। ਜੋ ਅਸੀਂ ਕਥਦੇ ਹਾਂ ਉਹਦੇ ਤੇ ਰਹਿੰਦੇ ਤਾਂ ਨਹੀਂ। ਦੂਜਿਆਂ ਲਈ ਤਾਂ ਕਹਿ ਦਿੱਤਾ ਵੀ ਇਹ ਪੂਜਾ ਦਾ ਧਾਨ ਖਾਂਦੇ ਆ, ਦੂਜਿਆਂ ਲਈ ਕਹਿ ਦਿੱਤਾ ਜੇ ਤਾਂ ਪੁਜਾਰੀ ਪੂਜਾ ਦਾ ਧਾਨ ਖਾਣ ਦਾ ਨਾ ਪਖੰਡ ਬਣਾਇਆ, ਤੇ ਸਾਡੇ ਆਪਣੇ ਕਿਹੜਾ ਹਲ ਚੱਲਦੇ ਆ ਭਾਈ? ਅਸੀਂ ਕਿਹੜਾ ਖੇਤਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਵਾਂਗੂ ਹਲ ਵਾਹ ਰਹੇ ਆ? ਸਾਡਾ ਵੀ ਤਾਂ ਗੁਜ਼ਾਰਾ ਉਦਾਂ ਹੀ ਹੋ ਰਿਹਾ ਵੀ ਉਹ ਗਿਆਨ ਦੂਜਿਆਂ ਲਈ ਹੈ। ਭਲਾ ਦੂਜਿਆਂ ਨੂੰ ਕਹਿਣਾ, ਆਪ ਤਾਂ ਰਹਿਣਾ ਨਹੀਂ ਉਹਦੇ ਤੇ ਜੋ ਦੂਜਿਆਂ ਨੂੰ ਕਹਿ ਰਹੇ ਹਾਂ। ਤੋ ਇਸ ਕਰਕੇ ਇੱਥੇ ਸਾਹਿਬ ਕਹਿੰਦੇ ਕਥ ਕਹਿਣ ਵਿੱਚ ਤਾਂ ਸਾਰੇ ਹੀ ਨੇ ਜਿਹੜੇ ਕਹਿੰਦੇ ਹਨ, ਪਰ ਉਹਦੇ ਤੇ ਰਹਿੰਦੇ ਨਹੀਂ ਹਨ। ਉਹ ਪ੍ਰੈਕਟੀਕਲੀ ਰੂਪ ਦੇ ਵਿੱਚ ਸਾਡੇ ਜੀਵਨ ਵਿੱਚ ਨਹੀਂ ਹੈ। ਦੂਜਿਆਂ ਲਈ ਦੀਵਾ ਜਗਾਇਆ, ਆਪ ਹਨੇਰੇ 'ਚ ਤੁਰੇ ਫਿਰਦੇ। ਵੰਨਾ ਬੰਦਾ ਸੀ ਲਾਲਟਨ ਲੈ ਕੇ ਟੁਰਿਆ ਹੋਇਆ, ਉਹ ਕਹਿੰਦਾ ਬਈ ਤੂੰ ਲਾਲਟਨ ਤੈਨੂੰ ਕੀ ਫਾਇਦਾ? ਕਹਿੰਦਾ ਦੂਜਿਆਂ ਨੂੰ ਵਿਖਾਉਣ ਲਈ ਹੈ, ਵੀ ਦੂਜਿਆਂ ਨੂੰ ਤਾਂ ਦਿਸੇ। ਅੱਗੇ ਜਿਹੜਾ ਹੋਰ ਟੱਕਰਿਆ ਉਹ ਵੀ ਲਾਲਟਨ ਲਈ ਫਿਰ ਦੋਵਾਂ ਦੀ ਟੱਕਰ ਹੋ ਗਈ। ਉਹ ਕਹਿੰਦਾ ਯਾਰ ਮੈਂ ਤਾਂ ਅੰਨਾ ਆ ਤਾਂ ਲਾਲਟਨ ਲਈ ਫਿਰਦਾ ਵੀ ਦੂਜੇ ਨੂੰ ਦਿਸ ਜੇ। ਉਹ ਕਹਿੰਦਾ ਮੈਂ ਵੀ ਅੰਨਾ ਹੀ ਆ, ਲਾਲਟਨ ਮੈਂ ਵੀ ਫੜੀ ਹੋਈ। ਵੀ ਗਿਆਨ ਅੱਜ ਕੱਲ੍ਹ ਦੂਜਿਆਂ ਨੂੰ ਹੀ ਵਿਖਾਉਣ ਵਾਸਤੇ ਹੈ, ਆਪ ਉਸ ਗਿਆਨ ਦੀਆਂ ਕੁਰਲੀਆਂ ਹੀ ਕੀਤੀਆਂ ਜਾਂਦੀਆਂ ਨੇ, ਉਹ ਗਿਆਨ ਹਿਰਦੇ 'ਚ ਨਹੀਂ ਨਿਗਲਿਆ ਜਾਂਦਾ। ਹਾਂਜੀ। ਬੇਨ ਰਸ ਰਾਤੇ ਮੁਕਤ ਨ ਹੋਏ। ਇੱਕ ਗੱਲ ਯਾਦ ਰੱਖਿਓ, ਜਦੋਂ ਤੱਕ ਆਤਮ ਰਸ ਵਿੱਚ ਨਹੀਂ ਮਸਤ ਹੁੰਦੇ ਉਦੋਂ ਤੱਕ ਮੁਕਤੀ ਨਹੀਂ ਹੋ ਸਕਦੀ। ਮੁਕਤੀ ਕੀ ਹੈ? ਜੀਵਦਿਆਂ ਜੀ ਇਸ ਸਰੀਰ ਦੇ ਵਿੱਚ ਰਹਿੰਦਿਆਂ ਵੀ ਮੁਕਤ ਅਵਸਥਾ ਹੁੰਦੀ ਹੈ। ਮਰਨ ਤੋਂ ਬਾਅਦ ਤਾਂ ਹੋਵੇਗੀ, ਪਰ ਜਿਉਂਦਿਆਂ ਜੀ ਇਸ ਸਰੀਰ 'ਚ ਰਹਿੰਦਿਆਂ ਵੀ ਮੁਕਤੀ ਹੈ। ਤੇ ਜਦੋਂ ਤੱਕ ਆਤਮ ਰਸ ਨਹੀਂ ਮਾਣਦੇ ਉਦੋਂ ਤੱਕ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਗਿਆਨ ਧਿਆਨ ਸਭ ਗੁਰ ਤੇ ਹੋਏ। ਇਹ ਭਾਈ ਭਾਵੇਂ ਗਿਆਨ ਹੋਵੇ ਤੇ ਭਾਵੇਂ ਧਿਆਨ ਹੋਵੇ, ਉਹ ਗਿਆਨ ਧਿਆਨ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ। ਗੁਰੂ ਬਿਨਾਂ ਨਾ ਗਿਆਨ ਮਿਲਦਾ, ਗੁਰੂ ਬਿਨਾਂ ਨਾ ਧਿਆਨ ਦੀ ਪ੍ਰਾਪਤੀ। ਗਿਆਨ ਤੇ ਧਿਆਨ ਉਹ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ। ਸਾਚੇ ਰਹਿਤ ਸਾਚਾ ਮਨ ਸੋਏ। ਜਿਹੜੇ ਗੁਰੂ ਤੋਂ ਗਿਆਨ ਪ੍ਰਾਪਤ ਕਰਦੇ ਨੇ, ਗੁਰੂ ਤੋਂ ਧਿਆਨ ਪ੍ਰਾਪਤ ਕਰਦੇ ਨੇ, ਉਹਨਾਂ ਦੀ ਰਹਿਤ ਵੀ ਸੱਚੀ ਹੈ ਔਰ ਉਹਨਾਂ ਦੇ ਮਨ ਵਿੱਚ ਵੀ ਸੱਚਾ ਹੈ। ਮਨ ਵਿੱਚ ਵੀ ਸੱਚਾ ਹੈ ਤੇ ਉਹਨਾਂ ਦੀ ਰਹਿਣੀ ਵੀ ਸੱਚੀ। ਜੋ ਕਰਦੇ ਨੇ ਸੱਚ ਹੈ। ਮਾਨ ਮੁਖ ਕਥਨੇ ਹੈ ਪਰ ਰਹਿਤ ਨ ਹੋਏ। ਮਨ ਮੁਖਾਂ ਕੋਲ ਕੇਵਲ ਕਥਨੀ ਹੈ ਪਰ ਰਹਿਣੀ ਨਹੀਂ ਹੈ। ਮਨ ਮੁਖਾਂ ਕੋਲ ਕੇਵਲ ਕਥਨੀ ਤਾਂ ਹੈ, ਗੱਲਾਂ ਤਾਂ ਉਹ ਬੜੀਆਂ ਕਰ ਲੈਂਦੇ ਆ, ਪਰ ਰਹਿਣੀ ਨਹੀਂ। ਬਾਤ ਨਹੀਂ ਅਸਮਾਨ ਗਿਰਾਵਾਂ ਵਾਲੀ ਖੇਡ ਤਾਂ ਹੈ ਉਹਨਾਂ ਦੇ ਕੋਲ, ਪਰ ਰਹਿਣੀ ਨਹੀਂ ਹੈ। ਕੇਵਲ ਕਥਨ ਕਥਨ, ਕਹਿਣਾ ਕਹਿਣਾ। ਪ੍ਰਿੰਸੀਪਲ ਗੰਗਾ ਸਿੰਘ ਜੀ ਕਥਨ ਕਰ ਰਹੇ ਨੇ, ਸੰਤ ਅਤਰ ਸਿੰਘ ਜੀ ਕਹਿੰਦੇ ਕਥਨ ਹੀ ਕਰ ਰਹੇ ਹੋ ਜਾਂ ਪਹੁੰਚੇ ਹੋ? ਆਖਿਆ ਨਹੀਂ ਮਹਾਰਾਜ, ਕੇਵਲ ਕਥਨ ਹੀ ਕਰ ਰਹੇ ਹਾਂ। ਕਹਿੰਦੇ ਹਾਂ, ਜੋ ਕਥਨ ਕਰ ਰਹੇ ਹੋ ਹੈ ਤਾਂ ਇਸੇ ਤਰ੍ਹਾਂ ਦੀ ਖੇਡ, ਉੱਥੇ ਆਨੰਦ ਤਾਂ ਐਸਾ ਹੀ ਆ ਉੱਥੇ, ਪਰ ਉਹਨੂੰ ਮਾਣੋਗੇ ਵੀ ਤਦੇ ਗੱਲ ਬਣੇਗੀ। ਸੋ ਆਤਮ ਰਸ ਨੂੰ ਜਦੋਂ ਤੱਕ ਮਾਣਿਆ ਨਹੀਂ, ਕੇਵਲ ਰਸਨਾ ਤੋਂ ਕਥਨ ਹੀ ਕੀਤਾ ਹੈ, ਫਿਰ ਜੋ ਕਥਨ ਕੀਤਾ ਹੈ ਉਹਦੇ ਮੁਤਾਬਕ ਰਹਿਣੀ ਨਹੀਂ ਹੈ, ਰਹਿਣੀ ਬਹਿਣੀ ਨਹੀਂ ਹੈ। ਨਾਵ ਹੋ ਭੂਲੇ ਥਾਉ ਨਾ ਕੋਈ। ਇਹੋ ਜਿਹੇ ਬੰਦੇ ਜਿਹੜੇ ਰੱਬ ਦੇ ਨਾਮ ਤੋਂ ਭੁੱਲੇ ਹੋਏ ਨੇ, ਉਹਨਾਂ ਨੂੰ ਨਾ ਇੱਥੇ ਥਾਂ ਮਿਲਦੀ ਹੈ ਨਾ ਉੱਥੇ। ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਉਹਨਾਂ ਨੂੰ ਥਾਂ ਨਸੀਬ ਨਹੀਂ ਹੁੰਦੀ। ਮਾਨ ਮਾਇਆ ਬੰਧਿਓ ਸਰ ਜਾਲ। ਜਿਨ੍ਹਾਂ ਦਾ ਮਨ ਮਾਇਆ ਦੇ ਬੰਧਨ ਚ ਪਿਆ ਹੋਇਆ, ਜਾਲ ਚ ਨਹੀਂ ਜਿਵੇਂ ਬੰਨਿਆ ਹੁੰਦਾ ਕੋਈ,
ਏਦਾਂ ਜਾਲ ਦੇ ਵਿੱਚ ਜਿਨ੍ਹਾਂ ਦਾ ਮਨ ਬੰਨਿਆ ਹੋਇਆ ਹੈ, ਘਾਟ ਘਾਟ ਵਿਆਪ ਰਹਿਓ ਬਿਖ ਨਾਲ। ਉਹ ਇਹ ਨਹੀਂ ਜਾਣਦੇ ਕਿ ਜਿਹੜਾ ਜ਼ਹਿਰ ਹੈ, ਮਾਇਆ ਦਾ ਜ਼ਹਿਰ ਹੈ, ਵਿਸ਼ੇ ਵਿਕਾਰਾਂ ਦਾ ਜ਼ਹਿਰ ਹੈ, ਉਹ ਘਟ ਘਟ ਵਿੱਚ, ਹਰ ਘਟ ਵਿੱਚ ਜ਼ਹਿਰ ਵੀ ਹੈ, ਹਰ ਘਟ ਵਿੱਚ ਅੰਮ੍ਰਿਤ ਵੀ ਹੈ। ਪਰਮੇਸ਼ਰ ਨੇ ਨਾ ਸਾਡੇ ਅੱਗੇ ਅੰਮ੍ਰਿਤ ਦਾ ਘੜਾ ਤੇ ਜ਼ਹਿਰ ਦਾ ਘੜਾ ਦੋਵੇਂ ਰੱਖ ਦਿੱਤੇ ਨੇ। ਹੁਣ ਅਸੀਂ ਵੇਖਣਾ ਕਿ ਅਸੀਂ ਜ਼ਹਿਰ ਪੀਣਾ ਕਿ ਅੰਮ੍ਰਿਤ ਪੀਣਾ। ਪਰ ਕਲਯੁਗ ਵਿੱਚ ਅੰਮ੍ਰਿਤ ਕੌੜਾ ਲੱਗਦਾ ਹੈ, ਜ਼ਹਿਰ ਮਿੱਠਾ ਲੱਗਦਾ ਹੈ। ਹਾਂਜੀ, ਜੋ ਅੰਜੈ ਸੋ ਦੀਸੈ ਕਾਲ। ਇੱਥੇ ਜੋ ਆਉਂਦਾ ਦਿਸਿਆ, ਜੋ ਵੀ ਆਇਆ, ਕਹਿੰਦੇ ਉਹ ਕਾਲ ਕਰਕੇ ਜਾਂਦਾ ਵੀ ਦਿਸਿਆ। ਐਸਾ ਤਾਂ ਨਹੀਂ ਵੀ ਕੋਈ ਆਇਆ ਤੇ ਕਾਲ ਕਰਕੇ ਗਿਆ, ਨਹੀਂ। ਜੋ ਆਇਆ ਹੈ ਉਹ ਕਾਲ ਦੀ ਖੁਰਾਕ ਬਣ ਕੇ ਗਿਆ ਵੀ ਹੈ। ਕਾਰਜ ਸਿੱਧ ਹੋ ਹਿਰਦੈ ਸੰਭਾਲ। ਸੱਜਣਾ, ਤੇਰੇ ਕੰਮ, ਤੇਰਾ ਅਸਲ ਕੰਮ ਸੀ ਸੰਸਾਰ ਵਿੱਚ ਮਨੁੱਖਾ ਜਨਮ ਨੂੰ ਸਫਲ ਕਰਨ ਦਾ। ਇਹ ਸਿੱਧ ਹੋ ਜਾਏਗਾ। ਕਿਵੇਂ ਸਿੱਧ ਹੋਵੇਗਾ? ਜੇ ਤੂੰ ਆਪਣੇ ਹਿਰਦੇ 'ਚ ਸੰਭਾਲੇਗਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਹਿਰਦੇ 'ਚ ਇਸ ਦੀ ਸੰਭਾਲ ਕਰੇਗਾ ਤਾਂ ਤੇਰਾ ਇਹ ਮਨੁੱਖੀ ਜਨਮ ਰੂਪੀ ਕਾਰਜ ਸਿੱਧ ਹੋ ਜਾਵੇਗਾ। ਸੋ ਗਿਆਨੀ ਜਿਨ ਸ਼ਬਦ ਲਿਵ ਲਾਏ। ਉਹੀ ਅਸਲ ਵਿੱਚ ਗਿਆਨੀ ਹੈ ਜਿਹੜਾ ਸਤਿਗੁਰਾਂ ਦੇ ਸ਼ਬਦ ਨਾਲ ਆਪਣੀ ਲਿਵ ਲਾ ਕੇ ਰੱਖਦਾ। ਬ੍ਰਹਮਾਕਾਰ ਬਿਰਤੀ ਜਿਸ ਦੀ ਹੋ ਜਾਏ, ਜੋ ਬ੍ਰਹਮ ਵਿੱਚ ਸ਼ਬਦ ਵਿੱਚ ਆਪਣੀ ਸੁਰਤ ਜੋੜ ਕੇ ਰੱਖਦਾ, ਉਹੀ ਅਸਲ ਵਿੱਚ ਗਿਆਨੀ ਹੈ। ਮਨ ਮੁਖ ਹਉ ਮੈਂ ਪਤ ਗਵਾਏ। ਜਿਹੜੇ ਮਨਮੁਖ ਲੋਕ ਨੇ, ਮਨ ਪਿੱਛੇ ਚੱਲਣ ਵਾਲੇ, ਉਹ ਹੰਕਾਰ ਦੇ ਵਿੱਚ ਲੱਗੇ ਹੋਏ ਆਪਣੀ ਪਤ ਗਵਾ ਲੈਂਦੇ, ਆਪਣੀ ਇੱਜ਼ਤ ਗਵਾ ਲੈਂਦੇ। ਇਹ ਸੰਸਾਰ 'ਚ ਵੀ ਬੇਆਬਰੂ ਹੁੰਦੇ ਨੇ ਔਰ ਅੱਗੇ ਪਰਲੋਕ ਵਿੱਚ ਵੀ ਜਾ ਕੇ ਉਹਨਾਂ ਨੂੰ ਬੇਪਤ ਤੇ ਬੇਆਬਰੂ ਹੋਣਾ ਪੈਂਦਾ ਹੈ। ਆਪੇ ਕਰਤਾ ਭਗਤ ਕਰਾਏ। ਕਰਤਾ ਪੁਰਖ ਨੇ ਆਪ ਜਿਨ੍ਹਾਂ ਤੇ ਦਇਆ ਦ੍ਰਿਸ਼ਟੀ ਕੀਤੀ ਹੈ, ਉਹਨਾਂ ਕੋਲੋਂ ਆਪਣੀ ਭਗਤੀ ਕਰਾਈ। ਜਿਨ੍ਹਾਂ ਤੇ ਵਾਹਿਗੁਰੂ ਜੀ ਰੀਝੇ ਹਨ, ਜਿਨ੍ਹਾਂ ਤੇ ਨਿਰੰਕਾਰ ਜੀ ਪ੍ਰਸੰਨ ਹੋਏ ਹਨ, ਉਹਨਾਂ ਕੋਲੋਂ ਵਾਹਿਗੁਰੂ ਜੀ ਨੇ ਆਪਣੀ ਭਗਤੀ ਕਰਵਾਈ ਹੈ। ਗੁਰਮੁਖ ਆਪੇ ਦੇ ਵਡਿਆਈ। ਗੁਰਮੁਖਾਂ ਨੂੰ ਵਾਹਿਗੁਰੂ ਜੀ ਆਪ ਹੀ ਆਪਣੇ ਨਾਮ ਜਪਣ ਦੀ ਵਡਿਆਈ ਬਖਸ਼ਦੇ ਨੇ। ਜਿਹੜੇ ਗੁਰਮੁਖ ਨੇ, ਉਹਨਾਂ ਨੂੰ ਆਪਣਾ ਭਜਨ ਕਰਨ ਦੀ, ਨਾਮ ਜਪਣ ਦੀ ਵਡਿਆਈ ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਬਖਸ਼ਦੇ ਹਨ। ਰਹਿਣ ਅੰਧਾਰੇ ਨਿਰਮਲ ਜੋਤ। ਇਹ ਜ਼ਿੰਦਗੀ ਸਾਡੀ ਅਗਿਆਨਤਾ ਦੇ ਹਨੇਰੇ 'ਚ ਬੀਤ ਰਹੀ ਹੈ। ਪਾਤਸ਼ਾਹ ਕਹਿੰਦੇ ਇਸ ਅੰਧਕਾਰੀ ਜ਼ਿੰਦਗੀ ਵਿੱਚ ਪਰਮੇਸ਼ਰ ਦੇ ਨਾਮ ਦੀ ਜੋਤ ਨਿਰਮਲ ਜੋਤ ਹੈ। ਸਵੱਛ ਨਿਰਮਲ ਜੋਤ, ਨਿਰਮਲ, ਜਿਹਦੇ 'ਚ ਕੋਈ ਧੂਆਂ ਨਹੀਂ ਹੈ, ਐਸੀ ਜੋਤ ਹੈ। ਹਾਂਜੀ, ਨਾਮ ਬਿਨਾ ਝੂਠੇ ਕੁਚਲ ਕਛੋਤ। ਜਿਹੜੇ ਨਾਮ ਤੋਂ ਵਿਹੂਣੇ ਬੰਦੇ ਨੇ ਨਾ, ਮਨਮੁਖ, ਕੁਚਲ, ਭੈੜੇ ਚਾਲ ਚੱਲਣ ਵਾਲੇ, ਕੁਛੋਤ, ਭੈੜੀ ਛੂਤ ਵਾਲੇ ਨੇ, ਉਹਨਾਂ ਦੀ ਸੰਗਤ ਕਰੋਗੇ ਤੇ ਉਹਨਾਂ ਦੇ ਅਸਰ ਦੇ ਥੱਲੇ ਆ ਜਾਓਗੇ। ਜਿਵੇਂ ਛੂਤ ਦਾ ਰੋਗ ਹੁੰਦਾ ਨਾ, ਕਹਿੰਦੇ ਜਿਹੜੇ ਮਨਮੁਖ ਤੇ ਸਾਖਤ ਲੋਕ ਨੇ, ਉਹਨਾਂ ਕੋਲੋਂ ਛੂਤ ਦਾ ਰੋਗ ਲੱਗ ਜਾਂਦਾ। ਜਿਹੋ ਜਿਹੇ ਨੇ, ਉਹਨਾਂ ਵਿੱਚ ਬੈਠੀਏ, ਉਹਨਾਂ ਵਿੱਚ ਉੱਠੀਏ, ਉਹਨਾਂ ਵਿੱਚ ਰਹੀਏ ਤੇ ਉਹ ਆਪਣੇ ਵਰਗਾ ਅਸਰ ਕੋਈ ਨਾ ਕੋਈ ਦੇ ਹੀ ਦਿੰਦੇ ਹੈ। ਆਪਣੇ ਵਰਗਾ ਕੋਈ ਨਾ ਕੋਈ ਔਗਣ ਦੇ ਹੀ ਦਿੰਦੇ ਹਨ। ਇਸ ਕਰਕੇ ਇਹੋ ਜਿਹੇ ਜਿਹੜੇ ਟੇਢੇ ਚਾਲ ਚੱਲਣਾ ਵਾਲੇ, ਵੱਧ ਚੱਲਣ ਕਰੈਕਟਰ ਤੋਂ ਡਿੱਗੇ ਹੋਏ ਲੋਕ ਨੇ, ਆਚਰਣ ਤੋਂ ਡਿੱਗੇ ਹੋਏ ਲੋਕ ਨੇ, ਹੇ ਭਾਈ, ਉਹਨਾਂ ਦੇ ਸੰਗ ਤੋਂ ਬਚੋ। ਵੇਦ ਪੁਕਾਰੈ ਭਗਤ ਸਰੋਤ। ਇਹ ਭਾਈ, ਵੇਦ ਵੀ ਪੁਕਾਰ ਕੇ ਕਹਿ ਰਹੇ ਨੇ, ਸੁਣੋ ਜੋ ਕਹਿੰਦੇ ਨੇ। ਕੀ ਕਹਿੰਦੇ ਐ? ਕਿ ਨਿਰੰਕਾਰ ਦੀ ਭਗਤੀ ਕਰੋ। ਭਗਤ ਸਰੋਤ, ਸਰੋਤ ਦਾ ਮਤਲਬ ਸੁਣੋ। ਉਹ ਵੀ ਕਹਿ ਰਹੇ ਨੇ ਕਿ ਨਿਰੰਕਾਰ ਪਰਮੇਸ਼ਰ ਦੀ ਭਗਤੀ ਕਰੋ। ਸੁਣ ਸੁਣ ਮਨ ਵੇਖੈ ਜੋਤ। ਜਿਹੜੇ ਧਰਮ ਗ੍ਰੰਥਾਂ ਨੂੰ ਸੁਣ ਸੁਣ ਕੇ ਮੰਨਦੇ ਹਨ,
ਗੁਰਬਾਣੀ ਨੂੰ ਸੁਣ ਸੁਣ ਕੇ ਮੰਨਦੇ ਹਨ, ਉਹ ਪ੍ਰਮਾਤਮਾ ਦੀ ਜੋਤ ਨੂੰ ਸਰਬ ਥਾਈਂ ਵਿਆਪਕ ਕਰਕੇ ਵੇਖ ਲੈਂਦੇ ਕਿ ਉਹਦੀ ਜੋਤ ਸਾਰਿਆਂ ਵਿੱਚ ਵਸਦੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਹਦੀ ਜੋਤ ਨੂੰ ਸਾਰਿਆਂ ਵਿੱਚ ਵਿਆਪਕ ਕਰਕੇ ਵੇਖਦੇ ਹਨ। ਸ਼ਾਸਤਰ ਸਿਮਰਤ ਨਾਮ ਦ੍ਰਿੜਾਮੰ। ਭਾਈ ਇਹ ਜਿੰਨੇ ਸ਼ਾਸਤਰ ਨੇ, ਸਿਮਰਤੀਆਂ ਨੇ, ਸਾਰੇ ਨਾਮ ਹੀ ਦ੍ਰਿੜ ਕਰਾਉਂਦੇ ਐ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਇਹ ਸਾਰੇ ਵੇਦ ਸਿਮਰਤੀਆਂ ਸ਼ਾਸਤਰ ਪਰਮੇਸ਼ਰ ਦਾ ਨਾਮ ਹੀ ਦ੍ਰਿੜ ਕਰਾਉਂਦੇ ਹਨ। ਗੁਰਮੁਖ ਸ਼ਾਂਤ ਊਤਮ ਕਰਮ। ਜਿਹੜੇ ਨਾਮ ਜਪਦੇ ਨੇ ਉਹਨਾਂ ਗੁਰਮੁਖਾਂ ਦਾ ਹਿਰਦਾ ਸ਼ਾਂਤ ਹੋ ਜਾਂਦਾ ਹੈ, ਤੇ ਸ਼ਾਂਤ ਹਿਰਦੇ ਨਾਲ ਉਹ ਉੱਤਮ ਕਰਮ ਕਰਦੇ ਨੇ, ਸ੍ਰੇਸ਼ਟ ਕਰਮ ਕਰਦੇ ਹਨ। ਮਾਨ ਮੁਖ ਜੋਨੇ ਦੁਖ ਸਹਾਮੰ। ਤੇ ਦੂਜੇ ਪਾਸੇ ਜਿਹੜੇ ਮਨਮੁਖ ਨੇ ਉਹ ਜੂਨੀਆਂ ਵਿੱਚ ਪਏ ਹੋਏ ਦੁੱਖ ਸਹੇੜਦੇ ਨੇ, ਉਹ ਜੂਨੀਆਂ ਵਿੱਚ ਪਏ ਹੋਏ ਦੁੱਖ ਭੋਗਦੇ ਹਨ। ਬੰਧਨ ਟੂਟੇ ਇੱਕ ਨਾਮ ਬਸਾਮੰ। ਜਿਨ੍ਹਾਂ ਦੇ ਹਿਰਦਿਆਂ ਵਿੱਚ ਇੱਕ ਪਰਮੇਸ਼ਰ ਦਾ ਨਾਮ ਵਸਦਾ ਹੈ, ਭਾਈ ਉਹਨਾਂ ਦੇ ਸਾਰੇ ਕਰਮਾਂ ਦੇ ਬੰਧਨ ਟੁੱਟ ਜਾਂਦੇ ਨੇ। ਇਹ ਕਰਮਾਂ ਦੇ ਬੰਧਨ ਨੇ ਜਿਹੜੇ ਸਾਨੂੰ ਪਏ ਹੋਏ। ਅਸੀਂ ਜੋ ਕੀਤਾ ਹੈ ਉਹਨਾਂ ਬੰਧਨਾਂ ਵਿੱਚ ਫਸੇ ਹਾਂ। ਕਿਸੇ ਨੇ ਨਹੀਂ ਬੰਨਿਆ ਸਾਨੂੰ, ਸਾਡੇ ਕੀਤੇ ਕਰਮਾਂ ਨੇ ਬੰਨਿਆ ਸਾਨੂੰ, ਜੋ ਅਸੀਂ ਕੀਤਾ। ਇਹ ਕਰਮਾਂ ਦੇ ਬੰਧਨ ਜਿਹੜੇ ਨੇ ਇਹ ਟੁੱਟ ਜਾਂਦੇ ਨੇ। ਕਦੋਂ ਟੁੱਟਦੇ ਨੇ? ਆਖਿਆ ਜੀ ਜਦੋਂ ਹਿਰਦੇ 'ਚ ਪਰਮੇਸ਼ਰ ਦਾ ਨਾਮ ਵਸਦਾ ਹੈ, ਨਿਰੰਕਾਰ ਦਾ ਨਾਮ ਹਿਰਦੇ 'ਚ ਵਸੇ ਤਾਂ ਇਹਨਾਂ ਕੀਤੇ ਹੋਏ ਕਰਮਾਂ ਦੇ ਬੰਧਨ ਟੁੱਟ ਜਾਂਦੇ ਹਨ। ਮੰਨੇ ਨਾਮ ਸੱਚੇ ਪਤ ਪੂਜਾ। ਜਿਹੜੇ ਨਿਰੰਕਾਰ ਦੇ ਨਾਮ ਨੂੰ ਮੰਨਦੇ ਨੇ ਉਹਨਾਂ ਦੀ ਸੱਚੀ ਪ੍ਰਤਿਸ਼ਠਾ ਹੁੰਦੀ ਸੰਸਾਰ 'ਚ। ਪ੍ਰਤਿਸ਼ਠਾ ਹੀ ਨਹੀਂ ਹੁੰਦੀ, ਬਕਾਇਦਾ ਉਹ ਤਾਂ ਨਾਮ ਜਪਣ ਵਾਲੇ ਸੰਸਾਰ 'ਚ ਪੂਜੇ ਜਾਂਦੇ ਆ। ਕਬੀਰ ਜੀ, ਰਵਿਦਾਸ ਜੀ, ਮਹਾਂਪੁਰਸ਼ਾਂ ਨੂੰ ਪੂਜਦੇ ਆ ਨਾ ਅਸੀਂ। ਸਦਨਾ ਜੀ, ਸੈਣ ਜੀ, ਨਾਮਦੇਵ ਜੀ, ਪੀਪਾ ਜੀ, ਰਾਮਾਨੰਦ ਜੀ, ਸਾਰੇ ਮਹਾਂਪੁਰਸ਼ਾਂ ਨੂੰ ਪੂਜਦੇ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਭਾਈ ਸਾਲੋ ਜੀ ਦੇ ਸਥਾਨ ਤੇ ਵੀ ਜਾ ਕੇ ਮੱਥਾ ਟੇਕਦੇ ਆ। ਰਸਨਾ ਤੋਂ ਕਹਿੰਦੇ ਧੰਨ ਭਾਈ ਸਾਲੋ। ਫਫੜੇ ਭਾਈ ਕੇ ਜਾਈਏ ਤੇ ਉੱਥੇ ਜਾ ਕੇ ਆਖੀਦਾ ਧੰਨ ਭਾਈ ਬਹਿਲੋ, ਧੰਨ ਭਾਈ ਰੂਪਾ। ਉਹ ਸਾਰੇ ਮਹਾਂਪੁਰਸ਼ਾਂ ਨੂੰ ਕਿਉਂ ਪੂਜਦੇ ਆ? ਉਹਨਾਂ ਨਾਮ ਜਪਿਆ, ਉਹਨਾਂ ਨਾਮ ਹਿਰਦੇ 'ਚ ਵਸਾਇਆ। ਤੇ ਜਿਨ੍ਹਾਂ ਦੇ ਹਿਰਦੇ 'ਚ ਨਾਮ ਵਸਦਾ ਹੈ ਉਹ ਆਪ ਤਰੇ, ਹੋਰਾਂ ਨੂੰ ਤਾਰਿਆ ਉਹਨਾਂ ਨੇ। ਕਬੀਰ ਜੀ ਇਕੱਲੇ ਨਹੀਂ ਤਰੇ, ਉਹਨਾਂ ਆਪਣੇ ਨਾਲ ਬਹੁਤ ਜੀਵਾਂ ਦਾ ਉਧਾਰ ਕੀਤਾ। ਜਿਹੜੀਆਂ ਸਮਾਜ 'ਚ ਫੈਲੀਆਂ ਭੈੜੀਆਂ ਬੁਰਾਈਆਂ ਉਹਨਾਂ ਤੋਂ ਲੋਕਾਂ ਨੂੰ ਛੁਡਾਇਆ, ਜਾਗਰੂਕ ਕੀਤਾ। ਤੋ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਕੇ, ਨਿਰੰਕਾਰ ਦੀ ਆਰਾਧਨਾ ਕਰਕੇ ਜਿਨ੍ਹਾਂ ਨੇ ਨਾਮ ਜਪਿਆ, ਪਾਤਸ਼ਾਹ ਕਹਿੰਦੇ ਉਹਨਾਂ ਦੀ ਵੀ ਪੂਜਾ ਹੁੰਦੀ ਹੈ। ਉਹਨਾਂ ਦੀ ਸੱਚੀ ਪ੍ਰਤਿਸ਼ਠਾ ਇਹ ਸੰਸਾਰ ਦੇ ਵਿੱਚ ਉਜਾਗਰ ਹੁੰਦੀ, ਉਹਨਾਂ ਨੂੰ ਪੂਜਿਆ ਜਾਂਦਾ ਹੈ। ਕਿਸ ਵੇਖਾਂ ਨਾਹੀਂ ਕੋ ਦੂਜਾ। ਉਹਨਾਂ ਦੀ ਦ੍ਰਿਸ਼ਟੀ ਇਹ ਬਣ ਜਾਂਦੀ ਹੈ ਨਾਮ ਜਪਣ ਵਾਲਿਆਂ ਦੀ। ਉਹ ਕਹਿੰਦੇ ਹੋਰ ਕਿਸ ਨੂੰ ਵੇਖਾਂ, ਤੇਰੇ ਬਿਨਾਂ ਕੋਈ ਦੂਜਾ ਹੈ ਹੀ ਨਹੀਂ। ਧੰਨ ਭਾਈ ਕਨਈਆ ਜੀ। ਕਿਸ ਨੂੰ ਵੇਖਾਂ ਮਹਾਰਾਜ, ਤੁਹਾਡੇ ਬਿਨਾਂ ਕੋਈ ਦੂਜਾ ਹੈ ਹੀ ਕੋਈ ਨਹੀਂ। ਤੂੰ ਹੀ ਤੂੰ ਹੈ, ਤੂੰ ਹੀ ਤੂੰ ਹੈ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ ਹੀ, 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 ਜਲਸ ਤੂੰ ਹੀ, ਥਲਸ ਤੂੰ ਹੀ, ਤੂੰ ਹੀ ਤੂੰ ਹੀ। ਕਿਸ ਹੋਰ ਨੂੰ, ਦੂਜੇ ਨੂੰ ਕੀ ਵੇਖਾਂ? ਕੋਈ ਹੈ ਹੀ ਨਹੀਂ ਦੂਜਾ। ਦੂਜਾ ਕਾਹੇ ਸਿਮਰਿਆ ਜੰਮੈ ਤਹਿ ਮਰ ਜਾਏ, ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਿਆ ਸਮਾਏ। ਦੂਜਾ ਤਾਂ ਹੈ ਹੀ ਨਹੀਂ ਕੋਈ।
ਇੱਕੋ ਹੀ ਹੈ। ਹਾਂਜੀ, ਦੇਖ ਕਹਾਉ ਭਾਵੈ ਮਨ ਸੋਏ। ਮੈਂ ਉਸ ਨੂੰ ਵੇਖ ਕੇ ਕਹਿੰਦਾ, ਔਰ ਉਹੀ ਮੇਰੇ ਮਨ ਨੂੰ ਭਾਉਂਦਾ ਹੈ। ਨਾਨਕ ਕਹੈ ਅਵਰ ਨਹੀਂ ਕੋਏ। ਮਹਾਰਾਜ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਉਹਦੇ ਬਿਨਾਂ ਅਵਰ ਹੋਰ ਕੋਈ ਦੂਜਾ ਨਹੀਂ ਹੈ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਏਕ ਤੂ ਹੀ, ਏਕ ਤੂ ਹੀ। ਮਹਾਰਾਜ ਇੱਕ ਤੁਸੀਂ ਹੋ, ਹੋਰ ਕੋਈ ਦਿਗਰ ਕੋ ਨਹੀਂ। ਦਿਗਰ ਦਾ ਮਤਲਬ ਹੁੰਦਾ ਦੂਜਾ, ਫਾਰਸੀ ਚ ਦਿਗਰ, ਕੋਈ ਦੂਜਾ ਹੈ ਹੀ ਨਹੀਂ। ਏਕ ਤੂ ਹੀ, ਏਕ ਤੂ ਹੀ, ਇੱਕ ਤੂੰ ਹੀ ਤੂੰ। ਤੂੰ ਸਾਹਿਬ ਸੱਚੇ ਪਾਤਸ਼ਾਹ ਤਰਸ ਕਰਨ, ਸਾਡਾ ਇਹ ਗਾਵਿਆ ਸੁਣਿਆ ਥਾਏ ਪਾ ਲੈਣ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣੀ। ਅਰਦਾਸ ਕਰਨੀ ਕਿ ਅੱਗੇ ਵਾਸਤੇ ਸਤਿਗੁਰੂ ਜੀ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।